ਗੁਰੂ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਲ ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ।
ਬਖਸ਼ੀਆਂ ਰੂਹਾਂ ਵਾਲੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾੜੜੇ ਸਈ। ਔ ਟੰਡੇ ਦੀ ਜਗ ਸਵਾਇਆ, ਔ ਟੰਡੇ ਦੀ ਜਗ ਸਵਾਇਆ। ਜਨ ਨਾਨਕ ਵਿਰਲੇ ਕਈ, ਭਾਗ ਛੜੇ ਹਰ ਸੰਤ ਤੁਮਾਰੇ। ਭਾਗ ਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ, ਪਰਵਾਣ ਗਣੀ ਸਈਏ ਆਏ। ਸਫਲ ਤਿਨਾ ਕੇ ਕਾਮਾ, ਮੇਰੇ ਰਾਮ। ਮੇਰੇ ਰਾਮ ਹਰ ਜਨ ਕੈ ਹਉ ਵੱਲ ਜਾਈ। ਇਸਾਂ ਕਾ ਕਰ ਚਵਰ ਕਲਾਵਾ, ਜਨਮ ਮਰਨ ਦੋਹੁ ਮੈਂ ਨਾਹੀ। ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਣ ਮਲਾਏ। ਉਹ ਨਾਨਕ ਕਿਰਪਾ ਕਰੇ, ਤਨੂੰ ਇਹ ਵਤ ਦੇ। ਜਗ ਮੈਂ ਉਤਮ ਕਾਢੀਐ, ਜਗ ਮੈਂ ਉਤਮ ਕਾਢੀਐ। ਵਿਰਲੇ ਕਈ ਕੇ, ਵਿਰਲੇ ਕਈ ਕੇ। ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। 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 ਹਾਂ ਵਿਰਲੇ ਜਗ ਆਉਂਦੇ ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। ਵਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ। ਵਿਰਲੇ ਜਗ ਆਉਂਦੇ ਨੇ ਬਖਸ਼ੀਆਂ
ਬਖਸ਼ੀਆਂ ਰੂਹਾਂ ਵਾਲੇ 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 ਜਗਤ ਜਲੰਦੇ ਤਾਈ ਤਾਰਿਆ ਜੀ ਧੰਨ ਧੰਨ ਆਉਣਾ ਉਹਨਾਂ ਦਾ ਜਿਨਾ ਜਗਤ ਜਲੰਦੇ ਤਾਈ ਤਾਰਿਆ ਧੰਨ ਧੰਨ ਆਉਣਾ ਉਹਨਾਂ ਦਾ ਓ ਜਿਹੜਾ ਜਗਤ ਜਲੰਦੇ ਤਾਈ ਤਾਰਿਆ ਧੰਨ ਧੰਨ ਆਉਣਾ ਉਹਨਾਂ ਦਾ ਜਗਤ ਜਲੰਦੇ ਤਾਈ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਨਗਰ ਸਾਹਿਬ ਦਾ ਪਿੰਡ ਸਾਰੀਆਂ ਹੀ ਸੰਗਤਾਂ ਦਾ ਰਲ ਮਿਲ ਕੇ ਮਹਾਨ ਉਦਮ ਉਪਰਾਲਾ ਹੈ। ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਰਲ ਮਿਲ ਕੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸਵਾਓ ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਪਾਂ ਸਾਰੇ ਹੀ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਲਹਿਰੀ ਜੀ, ਆਪ ਜੀ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਵਨ ਇਤਿਹਾਸ ਦੀ ਸਾਂਝ ਪਾ ਕਰਕੇ ਆਪ ਸਮੂਹ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰ ਰਹੇ ਸੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ 12 ਕੁ ਸਾਲ ਦੀ ਉਮਰ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ। ਔਰ ਉਹਨਾਂ ਦੇ ਚਰਨਾਂ ਨਾਲ ਐਸਾ ਪਿਆਰ ਬਣਿਆ, ਐਸੀ ਪ੍ਰੀਤ ਬਣੀ, ਉਸ ਪ੍ਰੇਮ ਨੂੰ, ਉਸ ਪ੍ਰੀਤ ਨੂੰ ਆਖਰੀ ਸਵਾਸਾਂ ਤੱਕ ਨਿਭਾਇਆ। 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਉਹਨਾਂ ਤੋਂ ਬਖਸ਼ਿਸ਼ਾਂ ਲਈਆਂ, ਉਹਨਾਂ ਤੋਂ ਰਹਿਮਤਾਂ ਲਈਆਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਹਿਲੇ ਗ੍ਰੰਥੀ ਸਾਹਿਬ ਥਾਪਿਆ। ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪਹਿਲੇ ਗ੍ਰੰਥੀ ਸਾਹਿਬ ਥਾਪਿਆ, ਕਿਉਂਕਿ ਉਸ ਸਮੇਂ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰੂ ਦੀ ਪਦਵੀ ਨਹੀਂ ਸੀ ਮਿਲੀ, ਗੁਰਿਆਈ ਦਾ ਤਿਲਕ ਨਹੀਂ ਸੀ ਲੱਗਿਆ, ਪਰ ਫਿਰ ਵੀ ਬਾਣੀ ਦਾ ਇੰਨਾ ਸਤਿਕਾਰ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹ ਕਹਿੰਦੇ ਬਾਣੀ ਦਾ ਗ੍ਰੰਥ ਤੇ ਤਿਆਰ ਹੋ ਗਿਆ, ਪਰ ਇਸ ਗ੍ਰੰਥ ਦੀ ਸੇਵਾ ਕਰਨ ਵਾਲਾ, ਜਿਹੜਾ ਕੱਲੇ ਕੱਲੇ ਅੱਖਰ ਨੂੰ ਗੁਰੂ ਨਾਨਕ ਸਾਹਿਬ ਜਾਣ ਕੇ ਸਮਝੇ, ਵਿਚਾਰੇ ਤੇ ਸੇਵਾ ਕਰੇ, ਮਨ ਦੀ ਭਾਵਨਾ ਜਿਸ ਦੀ ਹੋਵੇ, ਐਸਾ ਗੁਰਸਿੱਖ ਗੁਰੂ ਕਾ ਪਿਆਰਾ ਕੌਣ ਹੈ। ਥਾਂ ਪਰ ਥਾਂ ਸੰਗਤਾਂ ਨੂੰ ਸੁਨੇਹਾ ਭੇਜਿਆ ਗਿਆ, ਸਾਰੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਬੁਲਾਇਆ ਗਿਆ। ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਇਆ, ਮਹਾਰਾਜ ਦਾ ਦਰਬਾਰ ਸਜਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਗੁਰੂ ਕੀ ਇਹ ਸੰਗਤੇ, ਪਰਮੇਸ਼ਰ ਨੇ ਕਿਰਪਾ ਕਰਕੇ ਸੇਵਾ ਲਈ ਬਾਣੀ ਦੀ ਰਚਨਾ ਕਰਵਾਈ, ਬਾਣੀ ਦਾ ਗ੍ਰੰਥ ਤਿਆਰ ਹੋਇਆ। ਹੁਣ ਇਸ ਗ੍ਰੰਥ ਸਾਹਿਬ ਦੀ ਸੇਵਾ ਵਾਸਤੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਸਾਨੂੰ ਅੱਜ ਐਸੇ ਇੱਕ ਗੁਰਸਿੱਖ ਦੀ ਲੋੜ ਹੈ, ਜਿਹੜੇ ਗੁਰਸਿੱਖ ਦਾ ਸੀਸ ਸਾਡੇ ਨਾਲੋਂ ਉੱਚਾ ਵੀ ਹੋਵੇ ਤੇ ਸਾਡੇ ਨਾਲੋਂ ਸੁੱਚਾ ਵੀ ਹੋਵੇ, ਜਿਹੜੇ ਗੁਰਸਿੱਖ ਦੇ ਸੀਸ ਤੇ ਅਸੀਂ ਬਾਣੀ ਦੇ ਪਾਵਨ ਗ੍ਰੰਥ ਟਿਕਾ ਕੇ ਦਰਬਾਰ ਸਾਹਿਬ ਵਿਖੇ ਲਿਜਾ ਸਕੀਏ। ਇਸ ਕਰਕੇ ਅਸੀਂ ਤੁਹਾਡੇ ਕੋਲੋਂ ਮੰਗ ਕਰਦੇ ਹਾਂ ਵੀ ਤੁਹਾਡੇ ਵਿੱਚੋਂ ਕੋਈ ਐਸਾ ਗੁਰੂ ਕਾ ਪਿਆਰਾ ਉੱਠੇ ਜਿਸ ਦਾ ਸੀਸ ਸਾਡੇ ਨਾਲੋਂ ਉੱਚਾ ਤੇ ਸੁੱਚਾ ਹੋਵੇ।
ਬੜਾ ਭਾਰੀ ਇਕੱਠ ਹੈ ਅੰਮ੍ਰਿਤਸਰ ਸਾਹਿਬ ਵਿਖੇ। ਹੁਣ ਇੰਨੀ ਸੰਗਤ ਵਿੱਚੋਂ ਇਹ ਗੱਲ ਕਿਹੜਾ ਉੱਠ ਕੇ ਕਹਿ ਸਕਦਾ ਵੀ ਮਹਾਰਾਜ ਮੇਰਾ ਸੀਸ ਤੁਹਾਡੇ ਨਾਲੋਂ ਉੱਚਾ ਵੀ ਹੈ ਤੇ ਤੁਹਾਡੇ ਨਾਲੋਂ ਸੁੱਚਾ ਵੀ ਹੈ? ਸਾਰੀ ਸੰਗਤ ਨੀਵੀਂ ਪਾ ਕੇ ਬੈਠ ਗਈ। ਮਹਾਰਾਜ ਨੇ ਫਿਰ ਬਚਨ ਕੀਤਾ, ਉਠੋ ਭਾਈ, ਕੋਈ ਗੁਰੂ ਕਾ ਪਿਆਰਾ, ਅਸੀਂ ਬਾਣੀ ਦੇ ਪਾਵਨ ਗ੍ਰੰਥ ਉਹਦੇ ਸੀਸ ਤੇ ਟਿਕਾ ਕੇ ਦਰਬਾਰ ਸਾਹਿਬ ਲਿਜਾਣੇ। ਜਿਸ ਦਾ ਸੀਸ ਸਾਡੇ ਨਾਲੋਂ ਉੱਚਾ ਵੀ ਹੋਵੇ ਤੇ ਸੁੱਚਾ ਵੀ ਹੋਵੇ, ਉੱਠੇ ਤੁਹਾਡੇ ਵਿੱਚੋਂ। ਦੂਸਰੀ ਵਾਰ ਮਹਾਰਾਜ ਨੇ ਬਚਨ ਕੀਤਾ, ਫਿਰ ਕੋਈ ਨਾ ਉੱਠਿਆ। ਤੀਸਰੀ ਵਾਰ ਬਚਨ ਕੀਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਖੜੇ ਹੋ ਗਏ, ਹੱਥ ਜੋੜ। ਮਹਾਰਾਜ ਤੁਹਾਡੇ ਨਾਲੋਂ ਭਲਾ ਉੱਚਾ ਤੇ ਸੁੱਚਾ ਸੀਸ ਕਿਸ ਦਾ ਹੋ ਸਕਦਾ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਜੇ ਸਾਡੇ ਨਾਲੋਂ ਉੱਚਾ ਤੇ ਸੁੱਚਾ ਸੀਸ ਕਿਸੇ ਦਾ ਹੈ ਜਿਸ ਤੇ ਅਸੀਂ ਬਾਣੀ ਦੇ ਪਾਵਨ ਗ੍ਰੰਥ ਟਿਕਾ ਕੇ ਦਰਬਾਰ ਸਾਹਿਬ ਲਿਜਾ ਸਕਦੇ ਹਾਂ, ਉਹ ਕਿਸੇ ਹੋਰ ਦਾ ਨਹੀਂ, ਉਹ ਸੀਸ ਤੁਹਾਡਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸੀਸ ਕਿਸੇ ਦਾ, ਕਿਸੇ ਹੋਰ ਦਾ ਨਹੀਂ, ਉਹ ਸੀਸ ਤੁਹਾਡਾ ਹੈ। ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਸੁਣੇ ਵੀ ਮਹਾਰਾਜ ਮੈਨੂੰ ਕਹਿ ਰਹੇ ਆ ਵੀ ਮੇਰਾ ਸੀਸ ਹੈ ਜਿਹੜਾ ਉਹ ਮਹਾਰਾਜ ਦੇ ਨਾਲੋਂ ਉੱਚਾ ਵੀ ਹੈ ਤੇ ਸੁੱਚਾ ਵੀ ਹੈ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਵਿਰਾਗ ਦੇ ਹੰਝੂ ਆ ਗਏ ਅੱਖਾਂ ਦੇ ਵਿੱਚੋਂ। ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਂ ਤੇ ਤੁਹਾਡੇ ਦਰ ਦਾ ਇੱਕ ਅਦਲਾ ਜਿਹਾ ਸੇਵਾਦਾਰ ਹਾਂ, ਨਮਾਣਾ ਜਿਹਾ ਝਾੜੂ ਬਰਦਾਰ। ਮਹਾਰਾਜ ਮੇਰਾ ਸੀਸ ਤੁਹਾਡੇ ਨਾਲੋਂ ਉੱਚਾ ਤੇ ਸੁੱਚਾ ਕਿਵੇਂ ਹੋ ਸਕਦਾ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਤੁਹਾਡਾ ਜਿਹੜਾ ਸੀਸ ਉਹ ਸਾਡੇ ਨਾਲੋਂ ਉੱਚਾ ਵੀ ਹੈ ਤੇ ਸੁੱਚਾ ਵੀ ਹੈ। ਮਹਾਰਾਜ ਉਹ ਕਿਵੇਂ? ਕਹਿੰਦੇ ਜਿਹੜਾ ਤੁਹਾਡਾ ਸੀਸ ਹੈ ਨਾ, ਇਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਚਰਨਾਂ 'ਚ ਵੀ ਝੁਕਿਆ। ਉਹਨਾਂ ਦੇ ਮੁਬਾਰਕ ਹੱਥ ਤੁਹਾਡੇ ਸੀਸ ਤੇ ਟਿਕੇ ਹੋਏ। ਤੁਹਾਡਾ ਸੀਸ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਚਰਨਾਂ 'ਚ ਵੀ ਝੁਕਿਆ। ਉਹਨਾਂ ਦੇ ਮੁਬਾਰਕ ਹੱਥ ਵੀ ਤੁਹਾਡੇ ਸੀਸ ਤੇ ਟਿਕੇ ਹੋਏ। ਤੁਹਾਡਾ ਸੀਸ ਜਿਹੜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀਆਂ ਦੇ ਚਰਨਾਂ 'ਚ ਝੁਕਿਆ, ਉਹਨਾਂ ਦੇ ਮੁਬਾਰਕ ਹੱਥ ਤੁਹਾਡੇ ਸੀਸ ਤੇ ਟਿਕੇ ਹੋਏ। ਤੁਹਾਡਾ ਸੀਸ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀਆਂ ਦੇ ਚਰਨਾਂ 'ਚ ਝੁਕਿਆ, ਉਹਨਾਂ ਦੇ ਮੁਬਾਰਕ ਹੱਥ ਤੁਹਾਡੇ ਸੀਸ ਤੇ ਟਿਕੇ ਹੋਏ। ਅਸੀਂ ਕਹਿੰਦੇ ਦੋ ਪਾਤਸ਼ਾਹਾਂ ਦੇ ਦਰਸ਼ਨ ਕੀਤੇ, ਤੁਸੀਂ ਸਾਡੇ ਤੋਂ ਪਹਿਲਾਂ ਚਾਰ ਪਾਤਸ਼ਾਹਾਂ ਦੇ ਦਰਸ਼ਨ ਕੀਤੇ। ਉਹਨਾਂ ਦੇ ਚਰਨਾਂ 'ਚ ਤੁਹਾਡਾ ਸੀਸ ਟਿਕਿਆ, ਉਹਨਾਂ ਦੇ ਮੁਬਾਰਕ ਹੱਥ ਤੁਹਾਡੇ ਸੀਸ ਤੇ ਟਿਕੇ। ਇਸ ਕਰਕੇ ਤੁਹਾਡਾ ਸੀਸ ਜਿਹੜਾ ਸਾਡੇ ਨਾਲੋਂ ਉੱਚਾ ਵੀ ਹੈ ਤੇ ਸਾਡੇ ਨਾਲੋਂ ਸੁੱਚਾ ਵੀ ਹੈ। ਸਤਿ ਸ੍ਰੀ ਅਕਾਲ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵੇ। ਬਾਣੀ ਦੀ ਸੇਵਾ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਪਹਿਲੇ ਗ੍ਰੰਥੀ ਸਾਹਿਬ ਥਾਪਿਆ, ਮਹਾਰਾਜ ਦੀ ਸਵਾਰੀ ਲੈ ਕੇ ਗਏ ਦਰਬਾਰ ਸਾਹਿਬ। ਸੰਗਤਾਂ ਬੈਠ ਗਈਆਂ, ਮਹਾਰਾਜ ਵੀ ਬੈਠ ਕੇ ਤਾਬਿਆਂ ਵਿੱਚ ਬਿਠਾਇਆ। ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬਚਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਇਹ ਬਾਣੀ ਦਾ ਪ੍ਰਕਾਸ਼ ਕਰਕੇ ਸਾਰੀਆਂ ਸੰਗਤਾਂ ਨੂੰ ਹੁਕਮਨਾਮਾ ਸਭ ਸਰਵਣ ਕਰਵਾਓ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ 7 ਬਚਨ ਕਹਿ ਕੇ ਬਾਣੀ ਦਾ ਪ੍ਰਕਾਸ਼ ਕੀਤਾ ਤੇ ਪਹਿਲੇ ਹੁਕਮਨਾਮੇ ਆਏ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਬਸੂਰੇ। ਪੂਰਨ ਪੁਰਖ ਅਚੁੱਤ ਵਿਨਾਸੀ ਜਸ ਵੇਦ ਪ੍ਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਜਿੱਥੇ ਪਹਿਲੇ ਗ੍ਰੰਥੀ ਸਾਹਿਬ ਹੋਣ ਦਾ ਮਾਣ ਹਾਸਲ ਕੀਤਾ, ਉੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਬ੍ਰਹਮ ਗਿਆਨੀ ਦੀ ਪਦਵੀ ਵੀ ਹਾਸਲ ਕੀਤੀ। ਬ੍ਰਹਮ ਗਿਆਨੀ ਦੀ ਪਦਵੀ ਛੋਟੀ ਨਹੀਂ। ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਆ, ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਮਹੇਸ਼ਰ ਦਾ ਅਰਥ ਹੁੰਦਾ ਸ਼ਿਵ ਜੀ। ਕਹਿੰਦੇ ਸ਼ਿਵ ਜੀ ਭਗਵਾਨ ਉਹ ਵੀ ਕਹਿੰਦੇ ਬ੍ਰਹਮ ਗਿਆਨੀ ਨੂੰ ਭਾਲਦਾ ਫਿਰਦਾ, ਖੋਜਦਾ ਫਿਰਦਾ, ਕਿਤੇ ਮੈਨੂੰ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ। ਕਿਉਂਕਿ ਬ੍ਰਹਮ ਗਿਆਨੀ ਮਹਾਪੁਰਖ ਦੇ ਦਰਸ਼ਨ ਕਰਮਾਂ ਨਾਲ ਹੁੰਦੇ ਆ, ਭਾਗਾਂ ਨਾਲ ਹੁੰਦੇ ਆ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ। ਇੱਥੇ ਹੀ ਬਸ ਨਹੀਂ, ਕਹਿੰਦੇ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਉਹਦੇ ਬਲਿਹਾਰ ਜਾਈਏ, ਉਹਦੇ ਕਰਵਾਣ ਜਾਈਏ। ਪੜ੍ਹਦੇ ਹੁੰਦੇ ਆ ਮਹਾਪੁਰਖ ਧਾਰਨਾ, ਉਹ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਓ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਓ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਓ ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ। 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 ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਹਾਂ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਓ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਓ ਸ਼ਿਵ ਜੀ ਢੋਲਦਾ ਫਿਰਦਾ ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਕਹਿੰਦੇ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵੀ ਭਾਲਦੇ ਫਿਰਦੇ ਨੇ, ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ। ਕਿਉਂ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੁੰਦਾ ਹੈ। ਜਿਵੇਂ ਸੋਨੇ ਤੋਂ ਬਣੀ ਚੀਜ਼ ਸੋਨਾ ਹੀ ਹੁੰਦੀ ਹੈ ਭਾਈ, ਉਹਨੂੰ ਆਕਾਰ ਜਿਹੜਾ ਮਰਜ਼ੀ ਦੇ ਦਿਓ। ਲੋਹੇ ਤੋਂ ਬਣੀ ਚੀਜ਼ ਲੋਹਾ ਹੀ ਹੁੰਦੀ ਹੈ, ਉਹਨੂੰ ਆਕਾਰ ਜਿਹੜਾ ਮਰਜ਼ੀ ਦੇ ਦਿਓ। ਲੱਕੜ ਤੋਂ ਬਣੀ ਚੀਜ਼ ਲੱਕੜ ਹੀ ਹੁੰਦੀ ਹੈ, ਉਹਨੂੰ ਆਕਾਰ ਜਿਹੜਾ ਮਰਜ਼ੀ ਦੇ ਦਿਓ।
ਇਸੇ ਤਰ੍ਹਾਂ ਭਾਈ ਜਿਹੜੀਆਂ ਰੱਬ ਰੰਗੀਆਂ ਰੂਹਾਂ ਸੰਸਾਰ ਦੇ ਭਲੇ ਲਈ ਸੰਸਾਰ ਤੇ ਆਉਂਦੀਆਂ ਨਾ, ਉਹ ਹੁੰਦੀਆਂ ਪਰਮੇਸ਼ਰ ਦਾ ਰੂਪ ਹੀ ਆ, ਬਸ ਸਰੀਰ ਕਰਕੇ ਉਹਨਾਂ ਨੇ ਆਕਾਰ ਹੋਰ ਧਾਰਨ ਕੀਤਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਕਰਕੇ ਆਕਾਰ ਹੋਰ ਧਾਰਨ ਕੀਤਾ ਹੁੰਦਾ। ਇਹੋ ਜੀਆਂ ਰੂਹਾਂ ਬਾਬਤ ਬਾਣੀ ਕਹਿੰਦੀ ਆਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ। ਕਹਿੰਦੇ ਐਸੇ ਸਾਧੂਆਂ ਦੇ ਐਸੇ ਪਿਆਰਿਆਂ ਦੇ ਜਿਹੜੇ ਕੌਤਕ ਹੈ ਕਥਾ ਨਾ, ਉਹ ਚਰਜ ਕਰਨ ਵਾਲੀ ਹੁੰਦੀ ਹੈ, ਹੈਰਾਨ ਕਰ ਦੇਣ ਵਾਲੀ ਹੁੰਦੀ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ 'ਚ ਸੇਵਾ ਨਿਭਾ ਰਹੇ। ਇਧਰੋਂ ਜਲੰਧਰ ਖਾਂ ਸੂਬਾ, ਜਿਸ ਦੇ ਨਾਂ ਤੇ ਜਲੰਧਰ ਸ਼ਹਿਰ ਵਸਿਆ ਹੋਇਆ, ਇਹਦੀ ਸ਼ਾਦੀ ਹੋਇਆਂ ਨਿਕਾਹ ਹੋਇਆਂ ਬਹੁਤ ਸਾਲ ਹੋ ਗਏ। ਇਹਦੇ ਘਰ ਮਹਾਰਾਜ ਨੇ ਅਜੇ ਤੱਕ ਕੋਈ ਬੂਟਾ ਨਹੀਂ ਲਾਇਆ, ਨਾ ਧੀ ਦੀ ਦਾਤ ਨਾ ਪੁੱਤਰ ਦੀ ਦਾਤ। ਔਲਾਦ ਦੀ ਪ੍ਰਾਪਤੀ ਵਾਸਤੇ ਇਹਨੇ ਬੜੀਆਂ ਦਰਗਾਹਾਂ ਤੇ ਜਾ ਕੇ ਸਿਜਦੇ ਕੀਤੇ, ਬੜੇ ਥਾਂ ਜਾ ਕੇ ਝੋਲੀਆਂ ਅੱਡੀਆਂ, ਪਰ ਕਿਤੋਂ ਇਹਨੂੰ ਖੈਰ ਨਾ ਪਈ। ਫਿਰ ਕਿਸੇ ਨੇ ਸਾਈਂ ਮੀਆਂ ਮੀਰ ਦੀ ਦੱਸ ਪਾ ਦਿੱਤੀ, ਕਹਿੰਦੇ ਲਾਹੌਰ ਚਲੇ ਜਾਓ, ਉੱਥੇ ਇਸਲਾਮ ਧਰਮ ਦੇ ਬਹੁਤ ਪਹੁੰਚੇ ਹੋਏ ਮੰਨੇ ਪਰਮੰਨੇ ਪੀਰ ਰਹਿੰਦੇ ਨੇ, ਸਾਈਂ ਮੀਆਂ ਮੀਰ ਜੀ, ਬੜੀ ਕਮਾਈ ਵਾਲੇ, ਬੜੀ ਬੰਦਗੀ ਵਾਲੇ। ਉਹਨਾਂ ਕੋਲ ਜਾ ਕੇ ਫਰਿਆਦ ਕਰੋ। ਜਿਉ ਮੇਰਾਂ ਦੇ ਘਰ ਵਿੱਚ ਆ ਗਏ, ਉਹਨਾਂ ਨੇ ਅਰਦਾਸ ਤੁਹਾਡੀ ਲਾ ਦਿੱਤੀ ਤੇ ਤੁਹਾਡੀਆਂ ਝੋਲੀਆਂ ਭਰ ਜਾਣਗੀਆਂ। ਜਲੰਧਰ ਖਾਂ ਸੂਬੇ ਨੇ ਆਪਣੀਆਂ ਰਾਣੀਆਂ ਨੂੰ ਲਿਆ ਨਾਲ, ਬੜੀਆਂ ਕੀਮਤੀ ਭੇਟਾਵਾਂ ਲੈ ਕੇ ਨਾ ਲਾਹੌਰ ਪਹੁੰਚ ਗਿਆ ਸਾਈਂ ਮੀਆਂ ਮੀਰ ਕੋਲ। ਜਾ ਕੇ ਸਜਦਾ ਕੀਤਾ, ਆਓ ਜੀ, ਮੈਂ ਜੀ ਜਲੰਧਰ ਖਾਂ ਸੂਬਾ ਹਾਂ, ਬੜੇ ਸਾਲ ਹੋ ਗਏ ਨਿਕਾਹ ਹੋਏ ਨੂੰ, ਅਜੇ ਤੱਕ ਮੇਰੀ ਝੋਲੀ ਵਿੱਚ ਔਲਾਦ ਦੀ ਖੈਰ ਨਹੀਂ ਪਈ। ਤੁਹਾਡੀ ਸੋਭਾ ਸੁਣੀ, ਵਡਿਆਈ ਸੁਣੀ, ਮਹਾਰਾਜ ਹੁਣ ਤੁਹਾਡੇ ਚਰਨਾਂ 'ਚ ਆਇਆ, ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੀ ਖਾਲੀ ਝੋਲੀ ਭਰ ਜਾਏ। ਖੁਦਾ ਦੇ ਚਰਨਾਂ 'ਚ ਸਾਡੀ ਅਰਦਾਸ ਕਰੋ। ਸਾਈਂ ਮੀਆਂ ਮੀਰ ਜੀ ਜਲੰਧਰ ਖਾਂ ਸੂਬੇ ਦੀ ਬੇਨਤੀ ਸੁਣ ਕੇ ਕੁਝ ਸਮੇਂ ਲਈ ਨੇਤਰ ਬੰਦ ਕੀਤੇ, ਚੁੱਪ ਹੋ ਕੇ ਬਹਿ ਗਏ। ਕੁਝ ਸਮੇਂ ਬਾਅਦ ਨੇਤਰ ਖੋਲੇ, ਕਹਿਣ ਲੱਗੇ ਸੂਬਾ ਸਲਾਮਤ, ਅਸੀਂ ਆਪਣੀ ਅੰਤਰਜਾਮਤਾ ਨਾਲ ਵੇਖਿਆ, ਨਜ਼ਰ ਮਾਰੀ ਹੈ। ਕਹਿੰਦੇ ਤੁਹਾਡੇ ਕਰਮਾਂ ਦੇ ਵਿੱਚ ਆ ਜਨਮ ਤਾਂ ਕੀ, ਅਗਲੇ 7 ਜਨਮ ਤੱਕ ਪੁੱਤਰ ਦੀ ਪ੍ਰਾਪਤੀ ਹੈ ਨਹੀਂ। ਆ ਜਨਮ ਵਿੱਚ ਤਾਂ ਕੀ, ਅਗਲੇ 7 ਜਨਮਾਂ ਤੱਕ ਪੁੱਤਰ ਦੀ ਪ੍ਰਾਪਤੀ ਹੈ ਜੀ। ਹੁਣ ਸਾਈਂ ਮੀਆਂ ਮੀਰ ਨੂੰ ਕਿਹੜਾ ਪਰਵਾਹ ਸੀ ਵੀ ਜਲੰਧਰ ਖਾਂ ਸੂਬਾ ਆਇਆ, ਮੈਂ ਇਹਨੂੰ ਜਵਾਬ ਦੇ ਦਿੱਤਾ ਤੇ ਮੇਰੇ ਨਾਲ ਨਾਰਾਜ਼ ਹੋ ਜੂ। ਉਹਨੂੰ ਕਿਹੜਾ ਪਰਵਾਹ ਸੀ ਵੀ ਦੁਬਾਰਾ ਇਹਨੇ ਮੁੜ ਕੇ ਆਉਣਾ ਨਹੀਂ। ਸਾਈਂ ਮੀਆਂ ਮੀਰ ਜੀ ਇੱਕ ਉਪਰੀ ਅਵਸਥਾ ਵਾਲੇ ਸਾਧੂ ਸੀ, ਪਹੁੰਚੇ ਹੋਏ ਮਹਾਤਮਾ, ਜਿਨ੍ਹਾਂ ਦੀ ਬਾਬਤ ਬਾਣੀ ਕਹਿੰਦੀ ਜਿਨ ਪਟ ਅੰਦਰ ਬਾਹਰ ਗੁਰਦੜ ਤੇ ਭਲੇ ਸੰਸਾਰ, ਤੈਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ।
ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ। ਕਹਿੰਦੇ ਜਿਹੜਾ ਅਸਲ ਸਾਧੂ ਹੈ ਨਾ ਭਾਈ, ਜੇ ਉਹ ਹੱਸਦਾ ਵੀ ਹੈ ਤੇ ਉਹਦੇ ਰੰਗ ਵਿੱਚ ਹੱਸਦਾ। ਜਿਹੜਾ ਅਸਲ ਸਾਧੂ ਹੈ, ਜੇ ਉਹ ਰੋਂਦਾ ਵੀ ਹੈ ਤੇ ਉਹਦੇ ਰੰਗ ਵਿੱਚ, ਉਹਦੇ ਵਿਰਾਗ ਵਿੱਚ ਰੋਂਦਾ ਹੈ। ਜੇ ਉਹ ਚੁੱਪ ਕਰਕੇ ਵੀ ਬੈਠਦਾ ਨਾ ਭਾਈ ਤੇ ਉਹਦੇ ਹੁਕਮ ਵਿੱਚ ਬੈਠਦਾ ਹੈ। ਰੰਗ ਹੱਸੈ ਰੰਗ ਰੋਵੇ, ਚੁੱਪ ਵੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੀ। ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਕੋਈ ਉਹਨਾਂ ਬਾਰੇ ਕੀ ਬੋਲਦਾ, ਕੋਈ ਉਹਨਾਂ ਬਾਰੇ ਕੀ ਸੋਚਦਾ, ਕੋਈ ਉਹਨਾਂ ਦਾ ਮਾਣ ਕਰਦਾ ਕਿ ਨਹੀਂ ਕਰਦਾ, ਕੋਈ ਉਹਨਾਂ ਦਾ ਸਤਿਕਾਰ ਕਰਦਾ ਕਿ ਨਹੀਂ ਕਰਦਾ, ਕੋਈ ਉਹਨਾਂ ਨੂੰ ਬੁਰਾ ਕਹਿੰਦਾ, ਕੋਈ ਉਹਨਾਂ ਨੂੰ ਭਲਾ ਕਹਿੰਦਾ। ਇਸ ਗੱਲ ਉਹਨਾਂ ਨਾਲ ਕੋਈ ਮਤਲਬ ਨਹੀਂ। ਕਿਹੜਾ ਆਉਂਦਾ ਕਿਹੜਾ ਜਾਂਦਾ, ਕੋਈ ਗਰੀਬ ਹੈ, ਅਮੀਰ ਹੈ, ਉੱਚਾ ਹੈ, ਨੀਵਾਂ ਹੈ, ਕੰਗਲਾ ਹੈ, ਭਿਖਾਰੀ ਹੈ, ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਆ। ਕਿਸੇ ਦੀ ਕੋਈ ਪਰਵਾਹ ਨਹੀਂ। ਕੋਈ ਮੇਰੇ ਨਾਲ ਨਾਰਾਜ਼ ਹੋਵੇ, ਕਿਸੇ ਦਾ ਡਰ ਨਹੀਂ, ਕਿਸੇ ਦਾ ਖੌਫ ਨਹੀਂ, ਕਿਸੇ ਦਾ ਭੈ ਨਹੀਂ। ਨਿਰਭਉ ਨੂੰ ਜਪ ਜਪ ਕੇ ਸਾਰੇ ਭੈ ਖਤਮ ਹੋ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ, ਕੋਈ ਡਰ ਨਹੀਂ। ਜੇ ਪਰਵਾਹ ਹੈ ਤੇ ਰੱਬ ਦੀ ਪਰਵਾਹ ਹੈ, ਜੇ ਪਰਵਾਹ ਹੈ ਤੇ ਪ੍ਰਮਾਤਮਾ ਦੀ, ਜੇ ਪਰਵਾਹ ਹੈ ਤੇ ਖੁਦਾ ਦੀ, ਜੇ ਪਰਵਾਹ ਹੈ ਤੇ ਸੱਚ ਦੀ ਪਰਵਾਹ ਹੈ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ। ਉਹ ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਸਾਧੂ ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਓ ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਰੰਗ ਹੱਸਦੇ ਰੰਗ ਰੋਂਦੇ, ਸਾਧੂ ਰੰਗ ਹੱਸਦੇ ਰੰਗ ਰੋਂਦੇ। ਉਹ ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਹੋ ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਨਹੀਂ ਪਰਵਾਹ ਕਿਸੇ ਦੀ ਕਰਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗ ਰੋਂਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਸਾਧੂ ਰੰਗ ਹੱਸਦੇ ਰੰਗ ਰੋਂਦੇ, ਨਹੀਂ ਪਰਵਾਹ ਕਿਸੇ ਦੀ ਕਰਦੇ। ਸਾਧੂ ਰੰਗ ਹੱਸਦੇ ਰੰਗ ਰੋਂਦੇ, ਨਹੀਂ ਪਰਵਾਹ
ਰੋਂਦੇ ਨਹੀਂ ਪਰਵਾਹ ਕਿਸੇ ਦੀ ਕਰਦੇ ਉਹ ਸਾਧੂ ਰੰਗ ਹੱਸਦੇ ਰੰਗ ਰੋਂਦੇ ਨਹੀਂ ਪਰਵਾਹ ਕਿਸੇ ਦੀ ਕਰਦੇ ਰੰਗ ਹੱਸਦੇ ਰੰਗ ਰੋਂਦੇ ਨਹੀਂ ਪਰਵਾਹ ਕਿਸੇ ਦੀ ਕਰਦੇ ਰੰਗ ਹੱਸੈ ਰੰਗ ਰੋਵੇ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਉਹ ਜੋ ਸੱਚ ਹੁੰਦਾ ਮੂੰਹ ਤੇ ਦੱਸ ਦਿੰਦੇ ਇਹ ਨਹੀਂ ਹੈ ਵੀ ਅੱਜ ਜਵਾਬ ਦੇ ਦਿੱਤਾ ਤੇ ਫਿਰ ਇਹਨੇ ਮੁੜ ਕੇ ਨਹੀਂ ਆਉਣਾ ਲਾਰਾ ਲਾਈ ਜਾਓ ਵੀ ਜਿਹੜਾ ਅੱਜ ਕੱਲ ਕੰਮ ਚੱਲਦਾ ਇੰਨੇ ਐਤਵਾਰ ਚੌਂਕੀਆਂ ਭਰੋ ਜੀ ਫਿਰ ਤੁਹਾਡਾ ਕੰਮ ਬਣੂਗਾ ਵੀ ਆਉਂਦੇ ਰਹਿਣਗੇ ਤੇ ਭੁਰਾ ਰੌਣਕ ਆਉਂਦੀ ਰਹੇਗੀ ਆਉਣਗੇ ਤੇ ਕੁਝ ਨਾ ਕੁਝ ਚੜਾ ਕੇ ਹੀ ਜਾਣਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਲਾਲਚ ਥੋੜਾ ਕੋਈ ਵੀ ਜਲੰਧਰ ਖਾਂ ਸੂਬਾ ਇੱਥੇ ਹਾਜ਼ਰੀ ਭਰਦਾ ਰਹੂਗਾ ਆਉਂਦਾ ਰਹੂਗਾ ਹੋਰਾਂ ਤੇ ਵੀ ਪ੍ਰਭਾਵ ਪਊਗਾ ਘੜੀ ਕਮਾਈ ਵਾਲੇ ਜਲੰਧਰ ਖਾਂ ਸੂਬਾ ਵੀ ਇੱਥੇ ਆ ਕੇ ਸਜਦਾ ਕਰਦਾ ਨਾ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਅਗਲੇ ਦੀ ਮਰਜ਼ੀ ਹੈ ਭਾਈ ਪਰ ਜੋ ਸੱਚ ਹੈ ਮੂੰਹ ਤੇ ਆਖ ਦੇਣਾ ਕਹਿੰਦੇ ਜਲੰਧਰ ਖਾਂ ਸੂਬੇ ਨੂੰ ਸੂਬਾ ਸਲਾਮਤ ਐਸ ਜਨਮ ਵਿੱਚ ਤਾਂ ਕੀ ਅਗਲੇ 7 ਜਨਮਾਂ ਵਿੱਚ ਤੁਹਾਡੇ ਔਲਾਦ ਦਾ ਸੁੱਖ ਹੈ ਨਹੀਂ ਕਰਮਾਂ 'ਚ ਮੇਰੇ ਵੱਸ ਦੀ ਗੱਲ ਨਹੀਂ ਹੈ ਜਾਓ ਚਲੇ ਜਦੋਂ ਸਾਈਂ ਮੀਆਂ ਮੀਰ ਨੇ ਵੀ ਜਵਾਬ ਦੇ ਦਿੱਤਾ ਨਾ ਤੇ ਜਲੰਧਰ ਖਾਂ ਸੂਬੇ ਦਾ ਦਿਲ ਹੀ ਟੁੱਟ ਗਿਆ ਉਹਨੂੰ ਐਉਂ ਲੱਗਾ ਵੀ ਇਹਦੇ ਨਾਲੋਂ ਵੱਡੀ ਕੋਈ ਦਰਗਾਹ ਹੁਣ ਸੰਸਾਰ ਤੇ ਹੈ ਹੀ ਨਹੀਂ ਸਾਈਂ ਮੀਆਂ ਮੀਰ ਨੇ ਜਵਾਬ ਦੇ ਦਿੱਤਾ ਟੁੱਟਿਆ ਹੋਇਆ ਦਿਲ ਲੈ ਕੇ ਨਾ ਰਾਣੀਆਂ ਸਮੇਤ ਲਾਹੌਰ ਤੋਂ ਵਾਪਸ ਤੁਰਿਆ ਆਉਂਦਾ ਵਾਪਸ ਤੁਰਦਿਆਂ ਤੁਰਦਿਆਂ ਪਹੁੰਚੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਮਾਂ ਚੱਲਦਾ ਧੰਨ ਬਾਬਾ ਬੁੱਢਾ ਸਾਹਿਬ ਜੀ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ ਸੰਗਤਾਂ ਨੂੰ ਨਾਲ ਲਾਇਆ ਹੋਇਆ ਪਰ ਗਾਦ ਦੀਆਂ ਟੋਕਰੀਆਂ ਸਰੋਵਰ ਦੇ ਵਿੱਚੋਂ ਬਾਹਰ ਸੁੱਟ ਰਹੇ ਤੇ ਨਜ਼ਰ ਪੈ ਗਈ ਜਲੰਧਰ ਖਾਂ ਸੂਬੇ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਮੱਥੇ ਦੀਆਂ ਲਕੀਰਾਂ ਪੜ੍ਹ ਲਈਆਂ ਵੀ ਔਲਾਦ ਦੀ ਪ੍ਰਾਪਤੀ ਵਾਸਤੇ ਗਿਆ ਸੀ ਜਵਾਬ ਮਿਲ ਗਿਆ ਖਾਲੀ ਝੋਲੀ ਲੈ ਕੇ ਵਾਪਸ ਮੁੜਿਆ ਆਉਂਦਾ ਮੇਰਾਂ ਦੇ ਘਰ ਵਿੱਚ ਆ ਕੇ ਨਾ ਬਾਬਾ ਬੁੱਢਾ ਸਾਹਿਬ ਜੀ ਉੱਚੀ ਉੱਚੀ ਬਚਨ ਕਰਨ ਲੱਗੇ ਕਹਿੰਦੇ ਸੰਗਤੇ ਕਰ ਲੋ ਸੇਵਾ ਚਾਹ ਨਾਲ ਸੰਗਤੇ ਕਰ ਲੋ ਸੇਵਾ ਭਾਵਨਾ ਨਾਲ ਇਹ ਗੁਰੂ ਨਾਨਕ ਦਾ ਘਰ ਹੈ ਇੱਥੋਂ ਕੋਈ ਖਾਲੀ ਨਹੀਂ ਮੁੜਿਆ ਜਿਹੜਾ ਅੱਜ ਜਿੰਨੀਆਂ ਟੋਕਰੀਆਂ ਗਾਦ ਦੀਆਂ ਭਰ ਕੇ ਸਰੋਵਰ ਵਿੱਚੋਂ ਬਾਹਰ ਸੁੱਟੇਗਾ ਨਾ ਉਹਨੂੰ ਕਹਿੰਦੇ ਉਹਨੇ ਪੁੱਤਰਾਂ ਦੀ ਪ੍ਰਾਪਤੀ ਹੋਊਗੀ ਉਹਦੀ ਝੋਲੀ ਵਿੱਚ ਉਹਨੇ ਪੁੱਤਰਾਂ ਦੀ ਦਾਤ ਪਏਗੀ ਕਹਿੰਦੇ ਹੁਣੇ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਜਲੰਧਰ ਖਾਂ ਸੂਬੇ ਦੇ ਕੰਨਾਂ ਵਿੱਚ ਪੈ ਗਏ ਸੁਣਿਆ ਤੁਰੇ ਜਾਂਦੇ ਕਦਮ ਰੁਕ ਗਏ ਰਾਣੀਆਂ ਨੂੰ ਕਹਿਣ ਲੱਗਾ ਵੀ ਉਹ ਸਾਹਮਣੇ ਜੋ ਬਾਬਾ ਜੀ ਬਚਨ ਕਰ ਰਹੇ ਆ ਉਹ ਤੁਸੀਂ ਸੁਣੇ ਕਹਿੰਦੀਆਂ ਹਾਂ ਜੀ ਸੁਣੇ ਤੁਹਾਡਾ ਮਨ ਕੀ ਕਹਿੰਦਾ ਰਾਣੀਆਂ ਕਹਿੰਦੀਆਂ ਇਹ ਗੁਰੂ ਨਾਨਕ ਦਾ ਘਰ ਹੈ ਤੇ ਗੁਰੂ ਨਾਨਕ ਦੇ ਸਿੱਖ ਨੇ ਜੋ ਬਚਨ ਕਰਦੇ ਤੇ ਜਿਹੜੇ ਗੁਰੂ ਨਾਨਕ ਦੇ ਸਿੱਖ ਆ ਉਹ ਕਦੇ ਝੂਠ ਨਹੀਂ ਬੋਲਦੇ ਰਾਜਨ ਸੂਬਾ ਸਲਾਮਤ ਇਹ ਮਹਾਂਪੁਰਖਾਂ ਦੇ ਬਚਨ ਕਮਾ ਲਓ ਪੱਲੇ ਨਾਲ ਬੰਨ ਲਓ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਆ ਮੈਂ ਛੀਕ ਗਾਂਠੜੀ ਬਾਦਾ ਗਿਰ ਵਸਦਾ ਜਲ ਪਵਨ ਜਾਏਗੋ ਇੱਕ ਸਾਧ ਅਟਲਾਦਾ ਇਹ ਮਹਾਂਪੁਰਖਾਂ ਦੇ ਬਚਨ ਨੇ ਭਾਈ 3 ਕਾਲ 7
ਸਦਾ ਅਟਲ ਰਹਿਣ ਵਾਲੇ ਸਾਧੂ ਬੋਲੇ ਸਹਿਸ ਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਬਿਰਥਾ ਨਾ ਜਾਏ। ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ ਹਰ ਪੂਰਨਮਾਸੀ ਦਾ ਦੀਵਾਨ ਸਜਾਉਂਦੇ। ਬਹੁਤ ਦੂਰ ਦਰਾਡੇ ਤੋਂ ਵਾਹਿਗੁਰੂ ਚੱਲਦਾ ਰਹਿਣ ਦੋ ਜਨਰੇਟਰ ਹੀ, ਬੰਦ ਨਾ ਕਰੇ। ਹਾਂ ਚੱਲਦਾ ਰਹਿਣ ਦੋ, ਕੋਈ ਗੱਲ। ਬਹੁਤ ਦੂਰ ਦਰਾਡੇ ਤੋਂ ਸੰਗਤਾਂ ਆ ਕਰਕੇ ਨਾਨਕਸਰ ਕਲੇਰਾਂ ਹਾਜ਼ਰੀ ਭਰਦੀਆਂ। ਇੱਕ ਦੋ ਪਤੀ ਪਤਨੀ ਪਾਕਿਸਤਾਨ ਤੋਂ ਆਉਂਦੇ ਆ ਨਾਨਕਸਰ ਕਲੇਰਾਂ ਹਾਜ਼ਰੀ ਭਰਨ ਵਾਸਤੇ। ਹਰ ਪੂਰਨਮਾਸੀ ਤੇ ਉਹਨਾਂ ਨੇ ਆ ਕੇ ਹਾਜ਼ਰੀ ਭਰਨੀ। ਇੱਕ ਵਾਰ ਕੀ ਹੋਇਆ, ਉਹ ਦੋਵੇਂ ਜਾਣੇ ਆਏ ਪੂਰਨਮਾਸੀ ਤੇ ਹਾਜ਼ਰੀ ਭਰਨ ਵਾਸਤੇ, ਤੇ ਉਹ ਬੀਬੀ ਦਾ ਨਾ ਪੈਰਾਂ ਵਾਲਾ ਜੋੜਾ ਕਿਤੇ ਚੋਰੀ ਹੋ ਗਿਆ। ਸਮਾਪਤੀ ਹੋ ਗਈ ਦੀਵਾਨ ਦੀ, ਉਹ ਆਪਣਾ ਜੋੜਾ ਲੱਭਦੀ ਫਿਰਦੀ ਹੈ, ਜੋੜਾ ਉਹਨੂੰ ਮਿਲਦਾ ਨਹੀਂ। ਘਰ ਵਾਲੇ ਨੂੰ ਕਹਿੰਦੀ ਮੇਰਾ ਜੋੜਾ ਚੋਰੀ ਹੋ ਗਿਆ, ਹੁਣ ਨੰਗੇ ਪੈਰੀ ਤੁੜ ਕੇ ਇੰਨੀ ਬਾਟ ਕਿਵੇਂ ਜਾਵਾਂਗੇ। ਕੋਈ ਸੇਵਾਦਾਰ ਮਿਲ ਪਿਆ, ਮਾਤਾ ਜੀ ਕੀ ਗੱਲ ਹੋ ਗਈ? ਕਹਿੰਦੀ ਮੇਰਾ ਜੋੜਾ ਚੋਰੀ ਹੋ ਗਿਆ ਪੈਰਾਂ ਵਾਲਾ, ਐਡੀ ਦੂਰ ਜਾਣਾ ਅਸੀਂ ਪੈਦਲ ਤੁਰ ਕੇ, ਹੁਣ ਨੰਗੇ ਪੈਰੀ ਮੈਂ ਕਿਵੇਂ ਜਾਵਾਂਗੀ। ਸੇਵਾਦਾਰ ਕਹਿਣ ਲੱਗਾ ਬਾਬਾ ਜੀ ਕੋਲ ਚਲੇ ਜਾਓ, ਬੇਨਤੀ ਕਰੋ, ਕੋਈ ਨਾ ਕੋਈ ਪ੍ਰਬੰਧ ਕਰਕੇ ਦੇਣਗੇ। ਚਲੇ ਗਏ ਬਾਬਾ ਈਸਰ ਸਿੰਘ ਮਹਾਰਾਜ ਜੀਆਂ ਦੇ ਕੋਲ। ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀਆਂ ਨੂੰ ਜਾ ਕੇ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਮੇਰਾ ਪੈਰਾਂ ਵਾਲਾ ਜੋੜਾ ਚੋਰੀ ਹੋ ਗਿਆ, ਬੜੀ ਦੂਰ ਪੈਦਲ ਤੁਰ ਕੇ ਜਾਣਾ, ਹੁਣ ਮੈਂ ਨੰਗੇ ਪੈਰੀ ਕਿਵੇਂ ਜਾਵਾਂਗੀ। ਤੇ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੋੜਾ ਤੇ ਮਿਲ ਜੂਗਾ, ਪਰ ਇਹ ਦੱਸਦੇ ਵੀ ਜੋੜਾ ਚਾਹੀਦਾ ਕਿਹੜਾ, ਪੈਰਾਂ 'ਚ ਪਾਉਣ ਵਾਲਾ ਜਾਂ ਗੋਦੀ 'ਚ ਖੜਾਉਣ ਵਾਲਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 15 ਸਾਲ ਹੋ ਗਏ ਸੀ ਉਹਨਾਂ ਦਾ ਵਿਆਹ ਹੋਏ, ਤੇ ਅਜੇ ਤੱਕ ਮਹਾਰਾਜ ਨੇ ਉਹਨਾਂ ਦੀ ਝੋਲੀ ਵਿੱਚ ਇਹ ਖੈਰ ਨਹੀਂ ਸੀ ਪਾਈ, ਔਲਾਦ ਦਾ ਸੁੱਖ ਨਹੀਂ ਸੀ ਪਾਇਆ। ਹਰ ਪੂਰਨਮਾਸੀ ਤੇ ਭਾਵਨਾ ਨਾਲ ਆਉਂਦੇ ਸੀ, ਸ਼ਰਧਾ ਨਾਲ ਆਉਂਦੇ ਸੀ, ਤੇ ਬੈਠੇ ਅਰਦਾਸ ਕਰਦੇ ਸੀ ਬਾਬਾ ਨਾਨਕਾ ਸਾਚੇ ਸਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਤੇਰੇ ਘਰ ਕਿਸ ਗੱਲ ਦਾ ਘਾਟਾ, ਆਪ ਜੀ ਕਿਰਪਾ ਕਰੋ ਮੇਰਾਂ ਦੇ ਘਰ ਵਿੱਚ ਆਓ। ਅੱਜ ਬੇਨਤੀ ਪ੍ਰਵਾਨ ਹੋ ਗਈ, ਬਹਾਨਾ ਬਣ ਗਿਆ ਜੋੜੇ ਦਾ। ਜਦੋਂ ਬੀਬੀ ਨੇ ਜਾ ਕੇ ਬੇਨਤੀ ਕੀਤੀ ਨਾ ਬਾਬਾ ਜੀ ਮੇਰਾ ਪੈਰਾਂ ਵਾਲਾ ਜੋੜਾ ਚੋਰੀ ਹੋ ਗਿਆ, ਹੁਣ ਨੰਗੇ ਪੈਰੀ ਤੁਰ ਕੇ ਕਿਵੇਂ ਜਾਵਾਂਗੀ। ਤੇ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਕਹਿੰਦੇ ਜੋੜਾ ਤੇ ਅੱਜ ਮਿਲ ਜੂਗਾ ਗੁਰੂ ਨਾਨਕ ਦੇ ਘਰੋਂ, ਇਹ ਦੱਸਦੇ ਵੀ ਪੈਰਾਂ ਵਿੱਚ ਪਾਉਣ ਵਾਲਾ ਚਾਹੀਦਾ ਜਾਂ ਗੋਦੀ 'ਚ ਖੜਾਉਣ ਵਾਲਾ ਚਾਹੀਦਾ। ਮਾਤਾ ਕਹਿਣ ਲੱਗੀ ਬਾਬਾ ਜੀ ਮੈਂ ਨੰਗੇ ਪੈਰੀ ਤੁਰ ਕੇ ਚਲੀ ਜਾਵਾਂਗੀ, ਅੱਜ ਜੇ ਮੇਰਾਂ ਦੇ ਘਰ ਵਿੱਚ ਆਏ ਹੋ ਨਾ ਤੇ ਮੈਨੂੰ ਜੋੜਾ ਗੋਦੀ 'ਚ ਖੜਾਉਣ ਵਾਲਾ ਹੀ ਬਖਸ਼ ਦਿਓ। ਸਤਿ ਸ੍ਰੀ ਅਕਾਲ। ਮੈਨੂੰ ਗੋਦੀ 'ਚ ਖੜਾਉਣ ਵਾਲਾ ਜੋੜਾ ਬਖਸ਼ ਦਿਓ। ਬਾਬਾ ਜੀ ਕਹਿਣ ਲੱਗੇ ਕਿਰਪਾ ਹੋ ਜਾਏਗੀ, ਮਿਹਰ ਹੋ ਜਾਏਗੀ, ਭਾਵਨਾ ਰੱਖੋ। ਸਮਾਂ ਆਇਆ, ਫਿਰ ਉਹ ਮਾਤਾ ਦੇ ਘਰ 2 ਪੁੱਤਰ ਹੋਏ, 2 ਪੁੱਤਰ ਹੋਏ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਹੈ।
ਧੰਨ ਬਾਬਾ ਬੁੱਢਾ ਸਾਹਿਬ ਜੀ ਜਲੰਧਰ ਖਾਂ ਸੂਬੇ ਦੇ ਮੱਥੇ ਦੀਆਂ ਲਕੀਰਾਂ ਪੜ ਲੀਆਂ ਵੀ ਗਿਆ ਸੀ ਔਲਾਦ ਦੀ ਪ੍ਰਾਪਤੀ ਵਾਸਤੇ, ਪਰ ਸਾਈਂ ਮੀਆਂ ਮੀਰ ਜੀ ਨੇ ਜਵਾਬ ਦੇ ਦਿੱਤਾ। ਮੇਰਾਂ ਦੇ ਘਰ ਵਿੱਚ ਆ ਕੇ ਬਚਨ ਕਰਨ ਲੱਗੇ, ਕਰ ਲੋ ਸੇਵਾ ਸੰਗ ਤੇ ਭਾਵਨਾ ਨਾਲ, ਕਰ ਲੋ ਸੇਵਾ ਸਰਦਾ ਨਾਲ। ਅੱਜ ਜਿੰਨੀਆਂ ਕੋਈ ਟੋਕਰੀਆਂ ਗਾਦ ਦੀਆਂ ਭਰ ਕੇ ਸਰੋਵਰ ਵਿੱਚੋਂ ਬਾਹਰ ਸੁੱਟੇਗਾ ਨਾ, ਉਹਨੂੰ ਉਹਨੇ ਪੁੱਤਰਾਂ ਦੀ ਪ੍ਰਾਪਤੀ ਹੋਏਗੀ। ਰਾਣੀਆਂ ਕਹਿਣ ਲੱਗੀਆਂ, ਸੂਬਾ ਸਲਾਮਤ ਬਚਨ ਕਮਾ ਲੋ, ਮਹਾਂਪੁਰਖਾਂ ਦੇ ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਕਹਿੰਦੇ ਕਮਾ ਕੇ ਵੇਖੋ, ਉਹ ਸਾਧੂ ਹੱਕ ਨਾ ਕਿਸੇ ਦਾ ਜੀ ਰੱਖਦੇ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਜੀ ਰੱਖਦੇ, ਬਚਨ ਕਮਾ ਕੇ ਵੇਖ ਲੋ। ਉਹ ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਉਹ ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਉਹ ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਦੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਦੇਖ ਲੋ। ਸਾਧੂ ਹੱਕ ਨਾ ਕਿਸੇ ਦਾ ਜੀ ਰੱਖਦੇ, ਕਿਸੇ ਦਾ ਜੀ ਰੱਖਦੇ ਹਾਂ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਜੀ ਰੱਖਦੇ, ਬਚਨ ਕਮਾ ਕੇ ਵੇਖ ਲੋ। ਉਹ ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਉਹ ਬਚਨ ਕਮਾ ਕੇ ਦੇਖ ਲੋ। ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਵੇਖ ਲੋ। ਉਹ ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਦੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਹੋ ਬਚਨ ਕਮਾ ਕੇ ਦੇਖ ਲੋ। ਬਚਨ ਕਮਾ ਕੇ ਵੇਖ ਲੋ। ਵਾਹ 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 ਜੀ, ਬਚਨ ਕਮਾ ਕੇ ਵੇਖ ਲੋ। ਬਚਨ ਕਮਾ ਕੇ ਦੇਖ ਲੋ। ਬਚਨ ਕਮਾ ਕੇ ਵੇਖ ਲੋ। ਵਾਹ 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 ਵਾਹ, ਬਚਨ ਕਮਾ ਕੇ ਵੇਖ ਲੋ। ਵਾਹ 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 ਵਾਹ, ਬਚਨ ਕਮਾ ਕੇ ਦੇਖ ਲੋ। ਹੱਕ ਨਾ ਕਿਸੇ ਦਾ ਜੀ ਰੱਖਦੇ, ਓ ਬਚਨ ਕਮਾ ਕੇ ਦੇਖ ਲੋ। ਹੱਕ ਨਾ ਕਿਸੇ ਦਾ ਜੀ ਰੱਖਦੇ, ਓ ਬਚਨ ਕਮਾ ਕੇ ਵੇਖ ਲੋ। ਓ ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਕਮਾ ਕੇ ਵੇਖ ਲੋ। ਓ ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਕਿਸੇ ਦਾ ਜੀ ਰੱਖਦੇ ਹਾਂ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ ਜੀ, ਉਹ ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਹੋ ਬਚਨ ਕਮਾ ਕੇ ਦੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ, ਬਚਨ ਕਮਾ ਕੇ ਵੇਖ ਲੋ। ਸਾਧੂ ਹੱਕ ਨਾ ਕਿਸੇ ਦਾ ਰੱਖਦੇ,
बचन कमा के देख लो। संतो सागर पार तरिए, सागर पारो करिए। देखो बचन कमावे संतन का गुर प्रसादी तरिए। संतो सागर पार उतरिए। जे को बचन कमावे संतन का सो गुर प्रसादी तरिए। ਜਲੰਧਰ ਖਾਂ ਸੂਬੇ ਨੇ ਕਹਿੰਦੇ ਮਹਾਂਪੁਰਖਾਂ ਦੇ ਬਚਨ ਕਮਾਏ, ਜੋੜਾ ਉਤਾਰ ਦਿੱਤਾ, ਸਿਰ ਦੇ ਤਾਜ ਦੀ ਪਰਵਾਹ ਨਹੀਂ ਕੀਤੀ, ਮਹਿੰਗੇ ਪਾਏ ਹੋਏ ਵਸਤਰਾਂ ਦੀ ਪਰਵਾਹ ਨਹੀਂ ਕੀਤੀ, ਸਰੋਵਰ ਵਿੱਚ ਉਤਰ ਖੜਿਆ, ਭਰ ਭਰ ਕੇ ਗਾਦ ਦੀਆਂ ਟੋਕਰੀਆਂ ਬਾਹਰ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਨਾਲੇ ਸੇਵਾ ਕਰਦਾ ਨਾਲੇ ਮਾਨੀ ਮਨ ਅਰਦਾਸ ਕਰਦਾ। ਮਹਾਰਾਜ ਮੈਂ ਸੁਣਿਆ ਹੈ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਮੁੜਿਆ, ਇੱਥੇ ਸਭ ਦੀ ਪੂਰੀ ਪੈਂਦੀ। ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ दास तुहार। ਦਾਸ ਤੁਹਾਰ। ਮਹਾਂਪੁਰਖ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਕਹਿਣਾ ਤੇਰੇ ਢਹਿਣ ਵਿੱਚ ਦੇਰੀ ਹੈ। ਬਾਬਾ ਨਾਨਕ ਬਖਸ਼ਣ ਲੱਗਾ ਦੇਰ ਨਹੀਂ ਲਾਉਂਦਾ, ਦੇਰ ਨਹੀਂ ਲਾਉਂਦਾ। ਭਾਈ ਗੁਰਦਾਸ ਜੀਆਂ ਦਾ ਇੱਕ ਬੜਾ ਪਿਆਰਾ ਬਚਨ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵੇ। ਵੈਦ ਕੋਲ ਅਨੇਕਾਂ ਤਰ੍ਹਾਂ ਦੇ ਰੋਗੀ ਆਉਂਦੇ ਆ, ਕੋਈ ਆ ਕੇ ਕਿਹੋ ਜੀ ਬਿਮਾਰੀ ਦੱਸਦਾ, ਕੋਈ ਆ ਕੇ ਕਿਹੋ ਜੀ ਬਿਮਾਰੀ ਦੱਸਦਾ, ਜਿਹੋ ਜਿਹਾ ਕੋਈ ਰੋਗ ਦੱਸਦਾ ਆ ਕੇ ਵੈਦ ਨੂੰ, ਵੈਦ ਉਹਨੂੰ ਉਹੋ ਜੀ ਦਵਾਈ ਦੇ ਕੇ ਉਹਦਾ ਦੁੱਖ ਦੂਰ ਕਰਦਾ। ਫਿਰ ਕਹਿੰਦੇ ਜੈਸੇ ਰਾਜਾ ਪਾਸ ਲੋਗ ਆਵਤ ਹੈ ਸੇਵਾ ਨਿਮਿਤ, ਜੋਈ ਜਾਨੀ ਜੋਗ ਤੈਸੋ ਟਹਿਲ ਬਤਾਵੇ। ਰਾਜੇ ਤੋਂ ਭਾਵ ਹੈ ਸਮੇਂ ਦੀ ਸਰਕਾਰ। ਕਹਿੰਦੇ ਸਮੇਂ ਦੀ ਸਰਕਾਰ ਦੇ ਕੋਲ ਅਨੇਕਾਂ ਹੀ ਲੋਕ ਜਾਂਦੇ ਆ ਰੁਜ਼ਗਾਰ ਲੈਣ ਵਾਸਤੇ, ਨੌਕਰੀ ਲੈਣ ਵਾਸਤੇ। ਕਹਿੰਦੇ ਉੱਥੇ ਫਿਰ ਨਾ ਉਹਨਾਂ ਦੀ ਪੜ੍ਹਾਈ ਵੇਖੀ ਜਾਂਦੀ ਹੈ, ਜਿਹੜਾ ਨੌਕਰੀ ਲੈਣ ਵਾਸਤੇ ਜਾਂਦਾ, ਰੁਜ਼ਗਾਰ ਲੈਣ ਵਾਸਤੇ ਜਾਂਦਾ ਹੈ, ਉੱਥੇ ਉਹਨਾਂ ਦੀ ਯੋਗਤਾ ਵੇਖੀ ਜਾਂਦੀ ਹੈ, ਕਿੰਨਾ ਕੋਈ ਪੜ੍ਹਿਆ ਲਿਖਿਆ ਹੈ। ਪੜ੍ਹਾਈ ਦੇ ਮੁਤਾਬਕ, ਯੋਗਤਾ ਦੇ ਮੁਤਾਬਕ ਜਿਹੋ ਜੇ ਕੰਮ ਦੇ ਕੋਈ ਯੋਗ ਹੁੰਦਾ ਉਹਨੂੰ ਉਹੋ ਜੀ ਡਿਊਟੀ ਤੇ ਲਾਇਆ ਜਾਂਦਾ ਹੈ। ਫਿਰ ਕਹਿੰਦੇ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇ ਦੇ ਦੁੱਖ ਨ ਮਟਾਵਈ। ਜਾਚੀ ਹੁੰਦਾ ਮੰਗਤਾ, ਦਾਤਾ ਹੁੰਦਾ ਦਾਨ ਦੇਣ ਵਾਲਾ। ਕਹਿੰਦੇ ਦਾਨ ਦੇਣ ਵਾਲੇ ਦਾਤੇ ਦੇ ਕੋਲ ਅਨੇਕਾਂ ਤਰ੍ਹਾਂ ਦੇ ਮੰਗਤੇ ਜਾਂਦੇ ਆ ਦਾਨ ਲੈਣ ਵਾਸਤੇ। ਕੋਈ ਮੰਗਤਾ ਜਾ ਕੇ ਕਿਹੋ ਜੀ ਫਰਿਆਦ ਕਰਦਾ, ਕੋਈ ਮੰਗਤਾ ਜਾ ਕੇ ਕਿਹੋ ਜੀ ਫਰਿਆਦ ਕਰਦਾ। ਤੇ ਦਾਨ ਦੇਣ ਵਾਲੇ ਦਾਤੇ ਦਾ ਇਹ ਸੁਭਾਅ ਹੁੰਦਾ ਹੈ ਵੀ ਜੋ ਕੋਈ ਆ ਕੇ ਮੇਰੇ ਤੋਂ ਜੋ ਵੀ ਮੰਗੇ ਮੈਂ ਉਹਦੀ ਮੰਗ ਪੂਰੀ ਕਰ ਸਕਾਂ, ਕੋਈ ਖਾਲੀ ਨਾ ਜਾਵੇ। ਦਾਨ ਦੇਣ ਵਾਲੇ ਦਾਤੇ ਦੇ ਕੋਲ ਮੰਗਤਾ ਆ ਕੇ ਜਿਹੋ ਜੀ ਫਰਿਆਦ ਕਰਦਾ, ਦਾਨ ਦੇਣ ਵਾਲਾ ਦਾਤਾ ਉਹੋ ਜਿਹਾ ਦਾਨ ਉਹਦੀ ਝੋਲੀ ਵਿੱਚ ਪਾਉਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਵੈਦ ਕੋਲ ਅਨੇਕਾਂ ਤਰ੍ਹਾਂ ਦੇ ਰੋਗੀ ਜਾਂਦੇ ਦਵਾਈ ਲੈਣ ਵਾਸਤੇ, ਸਰਕਾਰ ਕੋਲ ਅਨੇਕਾਂ ਤਰ੍ਹਾਂ ਦੇ ਲੋਕ ਜਾਂਦੇ ਰੁਜ਼ਗਾਰ ਲੈਣ ਵਾਸਤੇ, ਦਾਤੇ ਕੋਲ ਅਨੇਕਾਂ ਤਰ੍ਹਾਂ ਦੇ ਮੰਗਤੇ ਜਾਂਦੇ ਦਾਨ ਲੈਣ ਵਾਸਤੇ, ਇਸੇ ਤਰ੍ਹਾਂ ਹੀ ਕਹਿੰਦੇ ਐਸੇ ਤੋਂ ਅਨੇਕ ਸਿਖਾਵਤ ਹੈ ਸ਼ਰਨ ਗੁਰ, ਜੈਸੋ ਜੈਸੋ ਭਾਉ ਤੈਸੋ ਕਾਮਨਾ ਪੁਜਾਵਈ। ਇਸੇ ਤਰ੍ਹਾਂ ਹੀ ਅਨੇਕਾਂ ਸਿੱਖ ਕਹਿੰਦੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਆਪੋ ਆਪਣੇ ਮਨ ਦੀ ਭਾਵਨਾ ਲੈ ਕੇ, ਆਪੋ ਆਪਣੇ ਮਨ ਦੀ ਸ਼ਰਧਾ ਲੈ ਕੇ, ਜਿਹੋ ਜੀ ਭਾਵਨਾ ਨਾਲ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਕੋਈ ਅਰਦਾਸ ਕਰਦਾ, ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਹੋ ਜੀ ਭਾਵਨਾ ਸਿੱਖ ਦੀ ਪੂਰੀ ਕਰਕੇ ਆਪਣੇ ਪਿਆਰਿਆਂ ਦੀਆਂ ਝੋਲੀਆਂ ਭਰ ਦਿੰਦੇ ਆ, ਝੋਲੀਆਂ ਭਰ ਦਿੰਦੇ ਆ।
ਮਹਾਂਪੁਰਖਾਂ ਨੇ ਕਹਿਣਾ ਜੇ ਗੁਰੂ ਨਾਨਕ ਦੇ ਦਰ ਤੇ ਤੇਰੀ ਪੂਰੀ ਨਾ ਦੁਨੀਆਂ ਦੀ ਕਿਸੇ ਦਰਗਾਹ ਤੇ ਚਲਿਆ ਜਾਈ ਉਹ ਕਿਤੇ ਵੀ ਨਹੀਂ ਪੂਰੀ ਪੈਣੀ। ਤੇ ਜਿਹੜੀ ਕਿਤੇ ਨਹੀਂ ਸੁਣੀ ਜਾਂਦੀ, ਕਿਤੇ ਨਹੀਂ ਪੂਰੀ ਪੈਂਦੀ, ਕਹਿੰਦੇ ਭਾਵਨਾ ਦੀ ਝੋਲੀ ਅੱਡ ਲਈ ਗੁਰੂ ਨਾਨਕ ਸਾਹਿਬ ਜੀਆਂ ਦੇ ਦਰ ਤੇ ਆ ਕੇ। ਭਾਵਨਾ ਦੀ ਝੋਲੀ, ਜਿੱਡੀ ਵੱਡੀ ਤੇਰੀ ਭਾਵਨਾ ਓਡੀ ਵੱਡੀ ਦਾਤ ਗੁਰੂ ਨਾਨਕ ਘਰੋਂ ਆਪਣੀ ਝੋਲੀ ਚ ਪਵਾ ਕੇ ਲੈ ਜੀ। ਕਈ ਕਹਿਣਗੇ ਜੀ ਗੁਰੂ ਘਰ ਦੇ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਉਹ ਕਹਿੰਦੇ ਦਾਤਾਂ ਆਪਣੀ ਤਲੀ ਤੇ ਲਈ ਬੈਠਾ। ਕਹਿੰਦੇ ਜੀ ਤੁਸੀਂ ਖਜ਼ਾਨੇ ਦੇ ਮਾਲਕ ਹੋ, ਖਜ਼ਾਨੇ ਵਿੱਚ ਪਈਆਂ ਰਹਿਣ ਦਿਓ, ਜਦੋਂ ਕੋਈ ਮੰਗੇ ਉਦੋਂ ਕੱਢ ਕੇ ਦੇ ਦਿਓ, ਤਲੀ ਤੇ ਕਾਹਤੋਂ ਲਈ ਬੈਠੇ ਹੋ? ਤੇ ਮਹਾਰਾਜ ਕਹਿੰਦੇ ਤਲੀ ਤੇ ਇਸ ਕਰਕੇ ਲਈ ਬੈਠਾ, ਮੇਰਾ ਸਿੱਖ ਮੰਗੇ ਤੇ ਮੈਨੂੰ ਦੇਣ ਲੱਗਿਆਂ ਦੇਰ ਨਾ ਲੱਗ ਜਾਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੈਨੂੰ ਦਾਤ ਦੇਣ ਲੱਗਿਆਂ ਦੇਰ ਨਾ ਲੱਗ ਜੇ, ਇਸ ਕਰਕੇ ਮੈਂ ਤੇ ਤਲੀ ਤੇ ਲਈ ਬੈਠਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਬਸ ਭਾਵਨਾ ਦੀ ਲੋੜ ਹੈ, ਜਿੱਡੀ ਵੱਡੀ ਭਾਵਨਾ ਓਡੀ ਵੱਡੀ ਬਖਸ਼ਿਸ਼ ਗੁਰੂ ਨਾਨਕ ਦੇ ਘਰੋਂ ਮਿਲਦੀ ਹੈ। ਜਲੰਧਰ ਖਾਂ ਸੂਬਾ ਨਾਲੇ ਤੇ ਭਰ ਭਰ ਟੋਕਰੀਆਂ ਗਾਦ ਦੀ ਬਾਹਰ ਸੁੱਟੀ ਜਾਂਦਾ ਹੈ ਸਰੋਵਰ ਦੇ ਵਿੱਚ, ਨਾਲੇ ਅਰਦਾਸ ਕਰਦਾ ਮਹਾਰਾਜ ਮੈਂ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ, ਟੁਕੜੇ ਟੁਕੜੇ ਹੋਇਆ ਇਹ ਦਿਲ, ਮਿਹਰ ਤੇਰੀ ਨਾਲ ਜੁੜਿਆ, ਮੇਰੀ ਵੀ ਸੁਣ ਨੇੜੇ ਹੋ ਕੇ ਕੂਕ ਦਰਦ ਦੀ ਕੋਈ, ਖੈਰ ਝੋਲੀ ਵਿੱਚ ਪਾ ਦੇ ਸਾਈਆਂ ਮੇਰੀ ਰੂਹ ਬੇਸਬਰੀ ਹੋਈ। ਹੁਣ ਮਹਾਰਾਜ ਰਿਹਾ ਨਹੀਂ ਜਾਂਦਾ, ਆਪ ਜੀ ਸਭ ਦੀਆਂ ਭਾਵਨਾ ਪੂਰੀਆਂ ਕਰਦੇ ਹੋ, ਮੇਰੀ ਵੀ ਕਰਦੇ ਹੋ। ਨਾਲੇ ਸੇਵਾ ਕਰੀ ਜਾਂਦਾ, ਨਾਲੇ ਬੇਨਤੀਆਂ ਕਰੀ ਜਾਂਦਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਕੀ ਜਾਣਾ, ਜੇ ਸੁਣਦਾ ਮੈਂ ਤਾਂ ਮੰਨਾ। ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਮੈਂ ਕੀ ਜਾਣਾ, ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ
ਮੇਰੀ ਸੁਣ ਲੈ ਮੈਂ ਤਾਂ ਮੰਨਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੇਰੀ ਜਾਣਾ, ਮੇਰੀ ਸੁਣਦਾ ਮੈਂ ਤਾਂ ਬੰਨਾ, ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣਦਾ ਮੈਂ ਤਾਂ ਬੰਨਾ, ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਮੇਰੀ ਫਰਿਆਦ ਤੇਰੇ ਦਰ ਅੱਗੇ, ਮੈਂ ਹੋਰ ਸੁਣਾਵਾਂ ਕਿਹਨੂੰ। ਤੈਂ ਜਿਹਾ ਮੈਨੂੰ ਹੋਰ ਨਾ ਕੋਈ, ਮੈਂ ਜਿਹੇ ਲੱਖ ਤੈਨੂੰ। ਮਹਾਰਾਜ ਮੇਰੇ ਵਰਗੇ ਇੱਥੇ ਪਤਾ ਨਹੀਂ ਰੋਜ਼ ਭਿਖਾਰੀ ਤੇਰੇ ਦਰ ਤੇ ਕਿੰਨੇ ਕਾਉਂਦੇ, ਪਰ ਤੇਰੇ ਵਰਗਾ ਮੈਨੂੰ ਇੱਕ ਤੂੰ ਹੀ ਹੈ, ਹੋਰ ਨਹੀਂ ਕੋਈ। ਹੋਰ ਨਾ ਜਾਵਾਂ, ਹੁਣ ਨਾ ਜਾਵਾਂ ਹੋਰ ਕਿਸੇ ਵੱਲ, ਸੁਰਗ ਪਤਾਲਾਂ ਤਾਈ ਦਰ ਤੇਰੇ ਤੇ ਢੱਠੀ ਗੋਇਆ, ਮੈਨੂੰ ਆਪਣੇ ਚਰਨੀ ਲਾਈ। ਖੋਲ ਨਾ ਦਫ਼ਤਰੀਬਾਂ ਵਾਲੇ, ਦਾਤਾ ਦਰ ਤੋਂ ਤੱਕ ਨਾ ਮੈਨੂੰ। ਜੇ ਮੇਰੇ ਵਿੱਚ ਐਬ ਨਾ ਹੁੰਦੇ ਦਾਤਾ ਤੂੰ ਬਖਸ਼ਿੰਦਾ ਕਿਹਨੂੰ। ਦੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾਂ ਤੇ ਨਾ ਜਾਵੀਂ। ਰਹਿਮਤ ਦੀ ਫੜ ਕਾਨੀ ਬਾਬਾ ਲੀਕ ਇਹਨਾਂ ਤੇ ਲਾਵੀਂ। ਮਹਾਰਾਜ ਰਹਿਮਤਾਂ ਦੀ ਕਲਮ ਫੜ ਲਓ, ਮੇਰੇ ਮੱਥੇ ਦੀਆਂ ਲਕੀਰਾਂ ਬਦਲ ਦਿਓ। ਇਤਿਹਾਸ ਦੱਸਦਾ ਕਹਿੰਦੇ ਜਲੰਧਰ ਖਾਂ ਸੂਬੇ ਨੇ 4 ਟੋਕਰੀਆਂ ਗਾਦ ਦੀਆਂ ਭਰ ਕੇ ਬਾਹਰ ਸੁੱਟੀਆਂ। ਬਾਬਾ ਬੁੱਢਾ ਸਾਹਿਬ ਜੀ ਕੋਲ ਆ ਗਏ, ਆ ਕੇ ਕਹਿਣ ਲੱਗੇ ਬਾਬਾ ਜੀ 4 ਟੋਕਰੀਆਂ ਮੈਂ ਗਾਦ ਦੀਆਂ ਭਰ ਕੇ ਬਾਹਰ ਸੁੱਟੀਆਂ, ਹੁਣ ਕਿਰਪਾ ਕਰ ਦਿਓ। ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਤੁਹਾਡੀ ਫਾਈਲ ਹੁਣ ਤਿਆਰ ਹੋ ਗਈ ਹੈ, ਚਲੋ ਗੁਰੂ ਅਰਜਨ ਦੇਵ ਮਹਾਰਾਜੀਆਂ ਦੇ ਕੋਲ, ਆਪਾਂ ਹੁਣ ਇਸ ਫਾਈਲ ਤੇ ਮੋਹਰ ਵੀ ਲਵਾ ਲਿਆਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਾਈਲ ਤਿਆਰ ਹੋ ਗਈ। ਫਾਈਲ ਤਿਆਰ ਕਰਨ ਵਾਲੇ ਫਾਈਲ ਤਿਆਰ ਕਰ ਦਿੰਦੇ ਆ, ਪਰ ਉਹਨਾਂ ਚਿਰ ਉਹ ਅੱਗੇ ਨਹੀਂ ਜਾਂਦੀ ਜਿੰਨਾ ਚਿਰ ਮੌਜੂਦਾ ਅਫਸਰ ਦੇ ਸਾਈਨ ਨਾ ਹੋਣ। ਲੱਗਦੀ ਨਹੀਂ, ਪਾਸ ਨਹੀਂ ਹੁੰਦੀ।
ਬਾਬਾ ਜੀ ਕਹਿੰਦੇ ਤੁਹਾਡੀ ਫਾਈਲ ਤਿਆਰ ਹੋ ਗਈ, ਚਲੋ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਹੁਣ ਆਪਾਂ ਮੋਹਰ ਲਵਾ ਲਈਏ। ਜਦੋਂ ਜਲੰਧਰ ਖਾਂ ਸੂਬੇ ਨੂੰ ਰਾਣੀਆਂ ਸਮੇਤ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕੇ ਗਏ ਨਾ, ਜਾ ਕੇ ਨਮਸਕਾਰ ਕੀਤੀ। ਇੰਨੇ ਚਿਰ ਨੂੰ ਕਹਿੰਦੇ ਬਾਬਾ ਬੁੱਢਾ ਸਾਹਿਬ ਜੀਆਂ ਦੀ ਕਿਸੇ ਨੇ ਜਾ ਕੇ ਸ਼ਿਕਾਇਤ ਲਾ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਜੀ ਅੱਜ ਤੁਹਾਡੀ ਸ਼ਿਕਾਇਤ ਆਈ ਹੈ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜੀਵ ਸਦਾ ਹੀ ਭੁੱਲਣ ਹਾਰ ਹੈ, ਮੇਰੀ ਭੁੱਲ ਮਹਾਰਾਜ ਮੇਰੀ ਝੋਲੀ ਵਿੱਚ ਪਾ ਦੇ, ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਜੀ ਸ਼ਿਕਾਇਤ ਤੁਹਾਡੀ ਇਹ ਆਈ ਹੈ, ਅੱਜ ਕਹਿੰਦੇ ਤੁਸੀਂ ਸੌਦਾ ਬੜਾ ਸਸਤਾ ਕਰ ਦਿੱਤਾ। ਮਹਾਰਾਜ ਉਹ ਕਿਵੇਂ? ਕਹਿੰਦੇ ਅੱਜ ਤੁਸੀਂ ਇੱਕ ਟੋਕਰੀ ਬਦਲੇ ਇੱਕ ਪੁੱਤਰ ਦੀ ਦਾਤ ਦੇ ਦਿੱਤੀ। ਇੰਨਾ ਸੌਦਾ ਸਸਤਾ? ਇੱਕ ਟੋਕਰੀ ਬਦਲੇ ਇੱਕ ਪੁੱਤਰ ਦੀ ਦਾਤ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਅਜੇ ਤੇ ਇੱਕ ਟੋਕਰੀ ਬਦਲੇ ਇੱਕ ਪੁੱਤਰ ਦੀ ਦਾਤ ਦਿੱਤੀ ਹੈ। ਤੁਹਾਡੇ ਭੰਡਾਰੇ ਤੇ ਇੰਨੇ ਭਰੇ ਹੋਏ ਨੇ, ਤੁਹਾਡੇ ਭੰਡਾਰੇ ਖਜ਼ਾਨੇ ਇੰਨੇ ਭਰੇ ਹੋਏ ਨੇ, ਜੇ ਇੱਕ ਟੋਕਰੀ ਬਦਲੇ 100 ਪੁੱਤਰ ਦੀ ਦਾਤ ਵੀ ਦੇ ਦਈਏ ਤਾਂ ਵੀ ਤੁਹਾਡੇ ਭੰਡਾਰਿਆਂ ਵਿੱਚ ਤੋਟ ਨਹੀਂ ਆਉਣ ਲੱਗੀ। ਸਤਿ ਸ੍ਰੀ ਅਕਾਲ। ਤਾਂ ਵੀ ਤੁਹਾਡੇ ਭੰਡਾਰਿਆਂ ਵਿੱਚ ਤੋਟ ਨਹੀਂ ਆਉਣ ਲੱਗੀ। ਮਹਾਰਾਜ ਅਜੇ ਤੇ ਇੱਕ ਪੁੱਤਰ ਦੀ ਦਾਤ ਹੀ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਹਿੰਦੇ ਜੇ ਤੁਹਾਡੀ ਏਡੀ ਭਾਵਨਾ ਹੈ ਨਾ ਤੇ ਇਹਨਾਂ ਤੇ ਬਖਸ਼ਿਸ਼ ਹੋ ਜੀ, ਇਹਨਾਂ ਤੇ ਮਿਹਰ ਹੋ ਗਈ। ਮੋਹਰਾਂ ਲੱਗ ਗਈਆਂ ਜੀ। ਸਮਾਂ ਆਇਆ ਜਲੰਧਰ ਖਾਂ ਸੂਬੇ ਦੇ 4 ਪੁੱਤਰ ਹੋਏ। 4 ਟੋਕਰੀਆਂ ਗਾਦ ਦੀਆਂ ਭਰ ਕੇ ਸੁੱਟੀਆਂ ਤੇ 4 ਪੁੱਤਰਾਂ ਦੀ ਬਖਸ਼ਿਸ਼ ਹੋਈ। ਕਹਿੰਦੇ ਫਿਰ ਚੌਹਾਂ ਨੂੰ ਲੈ ਕੇ ਪਹੁੰਚ ਗਿਆ ਸਾਈਂ ਮੀਆਂ ਮੀਰ ਕੋਲ। ਜਦੋਂ ਸਾਈਂ ਮੀਆਂ ਮੀਰ ਨੇ ਵੇਖਿਆ ਵੀ ਮੈਂ ਤੇ ਇਹਨੂੰ ਜਵਾਬ ਦੇ ਦਿੱਤਾ ਸੀ ਤੇਰੇ 7 ਜਨਮਾਂ 'ਚ ਪੁੱਤਰ ਦੀ ਪ੍ਰਾਪਤੀ ਹੈ ਨਹੀਂ, ਇਹ 4 ਲਈ ਆਉਂਦਾ ਹੁਣੇ ਹੀ ਇਸੇ ਜਨਮ ਦੇ ਵਿੱਚ ਜਾ ਕੇ ਆਪ ਨਮਸਕਾਰ ਕੀਤੀ, ਸਿਜਦਾ ਕੀਤਾ, ਨਾਲ ਆਪਣੇ ਬੱਚਿਆਂ ਤੋਂ। ਮੀਆਂ ਮੀਰ ਜੀ ਕਹਿਣ ਲੱਗੇ ਸੂਬਾ ਸਲਾਮਤ ਆ ਬੱਚੇ, ਮਹਾਰਾਜ ਇਹ ਮੇਰੀ ਝੋਲੀ ਵਿੱਚ ਪਾਏ ਆ, ਮਾਲਕ ਨੇ ਬਖਸ਼ਿਸ਼ ਕੀਤੀ ਹੈ। ਸਾਈਂ ਮੀਆਂ ਮੀਰ ਕਹਿੰਦੇ ਮੈਂ ਆਪਣੀ ਅੰਤਰਜਾਮਤਾ ਨਾਲ ਵੇਖਿਆ, ਆਪਣੀ ਕਮਾਈ ਨਾਲ ਵੇਖਿਆ, ਸੱਚਮੁੱਚ ਤੇਰੇ 7 ਜਨਮਾਂ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੈ ਨਹੀਂ ਸੀ। ਏਡੀ ਵੱਡੀ ਬਖਸ਼ਿਸ਼ ਤੇਰੇ ਤੇ ਕਿਵੇਂ ਹੋ ਗਈ? ਏਡੀ ਵੱਡੀ ਦਾਤ ਤੈਨੂੰ ਪ੍ਰਾਪਤ ਹੋ ਗਈ, ਕਿਹਦੀ ਬਦੌਲਤ ਮਿਲ ਗਈ? ਫਿਰ ਸਾਈਂ ਮੀਆਂ ਮੀਰ ਕੋਲ ਜ਼ਿਕਰ ਕੀਤਾ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦਾ। ਜਲੰਧਰ ਖਾਂ ਸੂਬੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦੋਂ ਤੁਸੀਂ ਜਵਾਬ ਦੇਤਾ ਸੀ ਨਾ, ਮੈਂ ਤੇ ਨਿਰਾਸ਼ ਹੋ ਕੇ ਉਦਾਸ ਹੋ ਕੇ ਵਾਪਸ ਤੁਰਿਆ ਜਾਂਦਾ ਸੀ, ਤੁਰਿਆ ਜਾਂਦਾ ਸਾਂ ਦਿਲ ਟੁੱਟਿਆ ਹੋਇਆ ਲੈ ਕੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਉੱਥੇ ਮਿਲ ਗਏ ਗੁਰੂ ਕੇ ਪਿਆਰੇ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਰਹਿਮਤਾਂ ਕਰਕੇ ਮੇਰੀ ਖਾਲੀ ਝੋਲੀ ਵਿੱਚ 4 ਪੁੱਤਰਾਂ ਦੀ ਦਾਤ ਪਵਾ ਦਿੱਤੀ। ਉਹ ਮਿਲਿਆ ਸੀ ਇੱਕ ਰਾਮ ਦਾ ਪਿਆਰਾ, ਇੱਕ ਰਾਮ ਦਾ ਪਿਆਰਾ। ਹੋ ਮਿਲਿਆ ਸੀ ਇੱਕ ਰਾਮ ਦਾ ਪਿਆਰਾ, ਮਿਲਿਆ ਸੀ ਇੱਕ ਰਾਮ ਦਾ ਪਿਆਰਾ। ਹੋ ਰਾਮ ਦਾ ਪਿਆਰਾ ਇੱਕ, ਹੋ ਰਾਮ ਦਾ ਪਿਆਰਾ ਇੱਕ, ਰਾਮ ਦਾ ਪਿਆਰਾ, ਰਾਮ ਦਾ ਪਿਆਰਾ ਇੱਕ।
ਮਿਲ ਗਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਰੂਪ ਵਿੱਚ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਮੇਰੇ ਸੁੱਤੇ ਹੋਏ ਭਾਗ ਜਗਾ ਦਿੱਤੇ, ਮੇਰੀ ਸੁੱਤੀ ਹੋਈ ਕਿਸਮਤ ਜਗਾ ਦਿੱਤੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਸੁੱਤੀ ਕਿਸਮਤ ਜਾਗ ਪਈ ਮੇਰੀ। ਧੰਨ ਬਾਬਾ ਬੁੱਢਾ ਸਾਹਿਬ ਜੀ, ਜੇ ਉਹਨਾਂ ਦੀ ਬਾਬਤ ਇਹ ਪੰਕਤੀਆਂ ਪੜ੍ਹ ਲਈਏ ਨਾ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜੀ ਨੇ ਕਹਿੰਦੇ ਆਪਣੇ ਰੱਬ ਨੂੰ ਪਛਾਣ ਲਿਆ, ਆਪਣੇ ਪ੍ਰਭੂ ਨੂੰ ਪਛਾਣ ਲਿਆ, ਫਿਰ ਉਹ ਮਾਲਕ ਉਹਦੇ ਤੇ ਕਿੰਨੀ ਬਖਸ਼ਿਸ਼ ਕਰਦਾ, ਉਹਨੂੰ ਥੋਕ ਦਾ ਦਾਤਾ ਬਣਾ ਦਿੰਦਾ, ਉਹਨੂੰ ਖਜ਼ਾਨੇ ਦਾ ਦਾਤਾ ਬਣਾ ਦਿੰਦਾ, ਖਜ਼ਾਨੇ ਦੀਆਂ ਚਾਬੀਆਂ ਉਹਨੂੰ ਫੜਾ ਦਿੰਦਾ। ਭਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਵੀ ਲੈ ਤੈਨੂੰ ਵੀ ਚਾਬੀਆਂ ਦੇ ਦੀਆਂ, ਤੂੰ ਵੀ ਜਿਹਦੀਆਂ ਝੋਲੀਆਂ ਭਰਨੀਆਂ ਭਰ ਲੈ, ਦੇ ਦੇ ਦਾਤਾ ਜੀ ਨੂੰ ਦੇਣੀਆਂ। ਧੰਨ ਬਾਬਾ ਬੁੱਢਾ ਸਾਹਿਬ ਜੀ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਥੋਕ ਦੇ ਦਾਤੇ, ਥੋਕ ਦੇ ਦਾਤੇ। ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ, ਤਾਰੇ ਗਣੇ ਜਾ ਸਕਦੇ ਆ, ਪਰ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਜਿਨ੍ਹਾਂ ਤੇ ਬਖਸ਼ਿਸ਼ ਕੀਤੀ, ਉਹਨਾਂ ਦੀ ਕਹਿਣੀ, ਉਹਨਾਂ ਬਾਰੇ ਬੋਲਣਾ, ਉਹਨਾਂ ਬਾਰੇ ਕਥਾ ਕਰਨੀ, ਕਹਿਣੀ ਤੇ ਕਥਨੀ ਤੋਂ ਬਾਹਰ ਦੀ ਗੱਲ ਹੈ ਭਾਈ। ਉਹ ਨਹੀਂ ਗਣੇ ਜਾ ਸਕਦੇ ਜਿਹੜੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਤਾਰੇ। ਸਾਈਂ ਮੀਆਂ ਮੀਰ ਕਹਿਣ ਲੱਗਾ ਜਲੰਧਰ ਖਾਂ ਸੂਬਾ, ਮੈਨੂੰ ਵੀ ਇਸ ਦਰ ਤੇ ਲੈ ਚੱਲ, ਜਿਹੜਾ ਐਡਾ ਦਰ ਵੱਡਾ ਹੈ, ਜਿਹੜਾ ਘਰ ਐਡਾ ਵੱਡਾ, ਮੈਨੂੰ ਵੀ ਉਹਦੇ ਦਰਸ਼ਨ ਕਰਵਾ ਦੇ। ਫਿਰ ਜਲੰਧਰ ਖਾਂ ਸੂਬਾ ਵਿਚੋਲਾ ਬਣਿਆ ਸਾਈਂ ਮੀਆਂ ਮੀਰ ਦਾ, ਨਾਲ ਲੈ ਕੇ ਲਾਹੌਰ ਤੋਂ ਆਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਨਾ ਸਾਈਂ ਮੀਆਂ ਮੀਰ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕਹਿੰਦੇ ਇੰਨਾ ਸਮਾਂ ਹੋ ਗਿਆ ਮੈਨੂੰ ਕਲਮਾ ਪੜ੍ਹਦੇ ਨੂੰ, ਨਵਾਜ਼ਾਂ ਪੜ੍ਹਦੇ ਨੂੰ, ਖੁਦਾ 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 ਕਰਦੇ ਨੂੰ, ਵੀ ਅੱਜ ਵੀ ਮਿਲ ਪਏ, ਅੱਜ ਵੀ ਮਿਲ ਜੇ। ਮੈਂ ਅਨਭੋਲ ਜਾਣਦਾ ਹੀ ਨਹੀਂ ਸੀ ਖੁਦਾ ਮੇਰੇ ਗੁਆਂਢ 'ਚ ਬੈਠਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਜਾਣਦਾ ਹੀ ਨਹੀਂ ਸੀ ਵੀ ਖੁਦਾ ਉਹ ਰੱਬ ਮੇਰੇ ਗੁਆਂਢ ਵਿੱਚ ਹੀ ਬੈਠਾ। ਜਦੋਂ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਨਾ ਸਾਈਂ ਮੀਆਂ ਮੀਰ ਨੇ, ਬਸ ਉਸ ਦਿਨ ਤੋਂ ਫਿਰ ਤਨ ਦਾ ਨਹੀਂ ਮਨ ਦਾ ਵੀ ਮੱਥਾ ਟੇਕ ਦਿੱਤਾ। ਕਹਿੰਦਾ ਜਿੱਥੇ ਆਉਣਾ ਸੀ ਆ ਗਏ, ਹੁਣ ਇਹ ਦਰ ਛੱਡ ਕੇ ਹੋਰ ਕਿਸੇ ਦਰ ਤੇ ਨਹੀਂ ਜਾਣਾ। ਜੈ ਦਰ ਆਵਤ ਜਾਤ ਹੋ ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਹੋ ਮਨਾ ਗੁਰਾਂ ਦੇ ਦੁਆਰੇ ਦਾ। ਸਾਈਂ ਮੀਆਂ ਮੀਰ ਜੀ ਕਹਿੰਦੇ ਫਿਰ ਫਕੀਰ ਬਣ ਜਾ ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਹਾਂ ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ। ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਹਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ, ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ। ਤੀਰ ਬਣ ਜਾ ਇੱਕ ਪਲ ਗਦ ਸਦਾ ਤੀਰ ਬਣ ਜਾ। ਹੋ
ਦੇ ਦਵਾਰੇ ਦਾ ਫਕੀਰ ਬਣ ਜਾਏ ਮਨਾ, ਗੁਰਾਂ ਦੇ ਦਵਾਰੇ ਦਾ ਫਕੀਰ ਬਣ ਜਾ, ਗੁਰਾਂ ਦੇ ਦਵਾਰੇ ਦਾ ਫਕੀਰ ਬਣ ਜਾ। ਬਿੰਗ ਵੱਲ ਛੱਡ ਸਿੱਧਾ ਤੀਰ ਬਣ ਜਾ। ਕਹਿੰਦੇ ਹੁਣ ਜਿਹੜੇ ਮਨ ਦੇ ਬਿੰਗ ਵੱਲ ਨੇ ਲਾ ਦੇ ਭਾਈ, ਜਿਹੜੀ ਸਿੱਧੀ ਲੱਕੜ ਹੁੰਦੀ ਹੈ ਨਾ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਂਦੀ ਹੈ, ਤੇ ਜਿਹੜੀ ਬਿੰਗੀ ਟੇਢੀ ਹੁੰਦੀ ਹੈ ਉਹ ਫਿਰ ਬਾਲਣ ਦੇ ਕੰਮ ਆਉਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੀ ਸਿੱਧੀ ਲੱਕੜ ਜਾਂਦੀ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀ, ਬਿੰਗੀ ਟੇਢੀ ਕਿਸੇ ਕੰਮ ਨਹੀਂ ਆਉਂਦੀ, ਬਾਲਣ ਦੇ ਕੰਮ ਆਉਂਦੀ ਹੈ। ਇਸੇ ਤਰ੍ਹਾਂ ਜੇ ਪ੍ਰਵਾਨ ਹੋਣਾ ਨਾ ਭਾਈ ਆ ਮਨ ਦੀਆਂ ਚਤਰਾਈਆਂ, ਮਨ ਦੇ ਵਕਾਰ, ਦੁਈ ਦਵੈਸ ਈਰਖਾ ਵਕੀਲੀ ਛੱਡ ਦੇ ਤਾਂ ਪ੍ਰਵਾਨ ਹੋਵੇਗਾ। ਤੇ ਇਸ ਦਰ ਤੇ ਜਿਹੜਾ ਫਿਰ ਨਿਮਾਣਾ ਹੋ ਕੇ ਆ ਜਾਂਦਾ ਹੈ ਨਾ ਭਾਈ, ਸਾਈਂ ਮੀਆਂ ਮੀਰ ਕਹਿੰਦੇ ਹੁਣ ਜਿੱਥੇ ਆਉਣੇ ਸੀ ਆ ਗਏ, ਹੁਣ ਇਹ ਦਰ ਛੱਡ ਕੇ ਕਿਤੇ ਨਹੀਂ ਜਾਣਾ। ਕਾਰਨ ਕੀ? ਅੱਖੀਂ ਵੇਖ ਲਿਆ ਨਾ ਭਾਈ। ਹਾਂ ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਨੇ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਨੇ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਦੇਖੇ ਮੈਂ, ਦੇ ਦਵਾਰੇ ਤੇ ਕਮਾਲ ਹੁੰਦੇ ਦੇਖੇ, ਹੋ ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਦੇਖੇ ਮੈਂ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਮੈਂ। ਨਹੀਂ ਉਹ ਰੱਖਾਈ ਨਿਹਾਲ ਹੁੰਦੇ ਵੇਖੇ ਨੇ, ਨਿਹਾਲ ਹੁੰਦੇ ਦੇਖੇ, ਹੋ ਇੱਕ ਨਹੀਂ ਉਹ ਲੱਖਾਂ ਹੀ ਨਿਹਾਲ ਹੁੰਦੇ ਵੇਖੇ ਮੈਂ, ਇੱਕ ਨਹੀਂ ਉਹ ਲੱਖਾਂ ਹੀ ਨਿਹਾਲ ਹੁੰਦੇ ਵੇਖੇ ਮੈਂ, ਇੱਕ ਨਹੀਂ ਨਿਹਾਲ ਹੁੰਦੇ ਦੇਖੇ, ਹੋ ਇੱਕ ਨਹੀਂ ਉਹ ਲੱਖਾਂ ਹੀ ਨਿਹਾਲ ਹੁੰਦੇ ਵੇਖੇ ਮੈਂ। ਕਮਾਲ ਹੁੰਦੇ ਵੇਖੇ ਨੇ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਨੇ, ਉਹ ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਮੈਂ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਦੇਖੇ, ਉਹ ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਮੈਂ, ਗੁਰਾਂ ਦੇ ਦਵਾਰੇ ਤੇ ਕਮਾਲ ਹੁੰਦੇ ਵੇਖੇ ਮੈਂ। ਦਰਿਆਵਤ ਜਾਤ ਹੋ ਹਟ ਕੇ ਨਾਹੀ ਗੋਏ, ਦਰ ਕਿਸੇ ਛੋਟੀ ਹੈ, ਜੋ ਦਰ ਐਸਾ ਹੋਏ, ਜੈ ਦਰ ਆਵਤ ਜਾਤ ਹੋ ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਉਹਨਾਂ ਨੇ ਇਸ ਦਰ ਤੇ ਤਕਰੀਬਨ 125 ਸਾਲ ਦੀ ਸੇਵਾ ਨਿਭਾਈ। ਬੇਅੰਤ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੇ ਚਰਨਾਂ ਚੋਂ ਲਈਆਂ। ਆਪ ਗੁਰੂ ਅੰਗਦ ਦੇ ਮਹਾਰਾਜ ਜੀਆਂ ਨੂੰ, ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ, ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਆਪਣੇ ਹੱਥੀਂ ਲਾਇਆ। ਪਰ ਕਦੇ ਇਹ ਨਹੀਂ ਮਨ 'ਚ ਭਾਵਨਾ ਲਿਆਂਦੀ ਵੀ ਇਸ ਗੁਰਤਾ ਗੱਦੀ ਤੇ ਕਿਤੇ ਮੈਂ ਵੀ ਬਿਰਾਜਮਾਨ ਹੋ ਜਾ। ਗੁਰਿਆਈ ਦਾ ਤਿਲਕ ਲਾਇਆ, ਪਰ ਆਪ ਨਹੀਂ ਇਹ ਭਾਵਨਾ ਲਿਆਂਦੀ। ਕਿਉਂ? ਕਿਉਂਕਿ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ। 125 ਸਾਲ ਸੇਵਾ ਕੀਤੀ ਤੇ ਨਿਸ਼ਕਾਮਤਾ ਦੇ ਨਾਲ।
ਤੇ ਜੇ ਨਿਸਕਾਮਤਾ ਨਾਲ ਸੇਵਾ ਕੀਤੀ ਫਿਰ ਮਿਲਿਆ ਕਿ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਪਰਮੇਸ਼ਰ ਦਾ ਰੂਪ ਬਣ ਗਏ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਰਹਿਆ। ਆਓ ਸਮਾਂ ਸਮਾਪਤੀ ਦਾ ਹੋ ਗਿਆ। ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਪਿਆਰ ਵਿੱਚ ਧਾਰਨਾ ਪੜ੍ਹਨੀ ਹੈ। ਇੱਕ ਧਾਰਨਾ ਮੈਨੂੰ ਹੁਕਮ ਹੋਇਆ ਗੁਰਮੁਖ ਪਿਆਰਿਆਂ ਦਾ, ਉਹ ਧਾਰਨਾ ਪੜ੍ਹ ਕੇ ਫਿਰ ਦਾਸ ਸਮਾਪਤੀ ਕਰੇਗਾ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਤਿਕਾਰਯੋਗ ਢਾਡੀ ਜਥਾ ਪਹੁੰਚ ਚੁੱਕਾ ਹੈ। ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕਰਕੇ ਗੁਰੂ ਚਰਨਾਂ ਨਾਲ ਉਹਨਾਂ ਨੇ ਜੋੜਨਾ। ਇਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਨੇ ਬੈਠ ਕਰਕੇ ਹਾਜ਼ਰੀਆਂ ਭਰਨੀਆਂ। ਆਓ ਸਾਰੇ ਪੜ੍ਹੀਏ ਫਿਰ ਦਾਸ ਸਮਾਪਤੀ ਕਰਾਂ। मेरे प्यारे बाबा जी, बाबा बुढ़ा साहिब जी, पर दियो चोली मेरी। मेरे प्यारे बाबा जी, बाबा बुढ़ा साहिब जी, पर दियो चोली मेरी। मेरे प्यारे बाबा जी, बाबा बुढ़ा साहिब जी, पर दियो चोली मेरी। प्यारे बाबा जी, बाबा बुढ़ा साहिब जी, पर दियो चोली मेरी। पर दियो चोली मेरी, पर दियो चोली मेरी, पर दियो चोली मेरी। ओ भर दियो झोली मेरी, भर दियो झोली मेरी, भर दियो झोली मेरी, पर दियो झोली मेरी, पर दियो चोली मेरी, पर दियो चोली मेरी। हाँ भर दियो झोली मेरी, भर दियो झोली मेरी, भर दियो झोली मेरी। बुढ़ा साहिब जी, पर दियो चोली मेरी। मेरे प्यारे बाबा जी, बाबा बुढ़ा साहिब जी, पर दियो चोली मेरी। मेरे प्यारे बाबा जी, बाबा बुढ़ा साहिब जी, पर दियो चोली मेरी। बाबा बुढ़ा साहिब जी, पर दियो चोली मेरी। हाँ आपे चोलियां पर देवे, आपे ही खुश होवे। 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 सदके तेथों जिंदड़ी जावे, रसना एही अलोवे। सदके तेथों जिंदड़ी जावे, रसना ही अलोवे। पर दियो चोली मेरी, पर दियो चोली मेरी, पर दियो चोली मेरी। हाँ भर दियो झोली मेरी, भर दियो झोली मेरी, भर दियो झोली मेरी। पर दियो चोली मेरी, पर दियो चोली मेरी, पर दियो चोली मेरी। हाँ भर दियो झोली मेरी, भर दियो झोली मेरी, भर दियो झोली मेरी। मेरे प्यारे बाबा जी, बाबा बुढ़ा साहिब जी, पर दियो चोली मेरी। मेरे प्यारे बाबा जी, बाबा बुढ़ा साहिब जी, पर दियो
मेरे प्यारे बाबा जी बाबा बुढ़ा साहिब जी पर जो झोली मेरी मेरे प्यारे बाबा जी बाबा बुढ़ा साहिब जी पर जो झोली मेरी नहीं खाली गया कोई छुआ जो तेरे दामन से खाली गया कोई छुआ जो तेरे दामन से नहीं खाली गया कोई छुआ जो तेरे दामन से खाली गया कोई छुआ जो तेरे दामन से बंदे का बंदा हूँ मैं दामन गिर गुरु नानक उसी बंदे का बंदा हूँ मैं दामन गिर गुरु नानक का बंदा हूँ मैं दामन गिर गुरु नानक। पर जो चोली मेरी पर जो चोली मेरी पर जो चोली मेरी हो पर जो चोली मेरी 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 ओ पर जो चोली मेरी पर जो चोली मेरी पर जो चोली मेरी प्यारे बाबा जी बाबा बुढ़ा साहिब जी पर जो चोली मेरे प्यारे बाबा जी बाबा बुढ़ा साहिब जी पर जो चोली हाँ मेरे प्यारे बाबा जी बाबा बुढ़ा साहिब जी पर जो चोली मेरी मेरे प्यारे बाबा जी बाबा बुढ़ा साहिब जी पर जो चोली मेरी द्वार को छाड़ के गयो तो आलो द्वार कहे की लाज अस गोविंद दास हार द्वार को छाड़ के सगल द्वार को छाड़ के गह्यो तुहारो द्वार बाहें गहे की लाज अस गोविंद दास फिरत फिरत प्रवाया परया तो शरणाए नानक की प्रभ बेनती अपनी भगती लाए। आओ जो हुक्म होया धारना दा लास्ट धारना पढ़ के फिर दास समाप्ति करदा है। कोई भी रसना वांझी ना रहे, सारे नाल नाल बोलन दा यतन करियो। हो मिठी लगदी गुरु जी तेरी बाणी साधुआं दी रसना तो मिठी लगदी गुरु जी तेरी बाणी साधुआं दी रसना तो मिठी लगदी गुरु जी तेरी बाणी साधुआं दी रसना तो मिठी लगदी गुरु जी तेरी बाणी साधुआं दी रसना तो ओ मिठी लगदी गुरु जी तेरी बाणी साधुआं दी रसना तो मिठी लगदी गुरु जी तेरी बाणी ओ साधुआं दी रसना तो लगदी गुरु जी तेरी बाणी गुरु जी तेरी बाणी साधुआं दी रसना तो मिठी लगदी गुरु जी तेरी बाणी साधुआं दी रसना तो मिठी लगदी गुरु जी तेरी बाणी
ਲੱਗਦੀ ਗੁਰੂ ਜੀ ਤੇਰੀ ਬਾਣੀ ਸਾਧੂਆਂ ਦੀ ਰਸਨਾ ਤੋਂ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਓ ਸਾਧੂਆਂ ਦੀ ਰਸਨਾ ਤੋਂ ਵਾਹ 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 ਸਾਧੂਆਂ ਦੀ ਰਸਨਾ ਤੋਂ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਸਾਧੂਆਂ ਦੀ ਰਸਨਾ ਤੋਂ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਸਾਧੂਆਂ ਦੀ ਰਸਨਾ ਤੋਂ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਸਾਧੂਆਂ ਦੀ ਰਸਨਾ ਤੋਂ ਲੱਗਦੀ ਗੁਰੂ ਜੀ ਤੇਰੀ ਬਾਣੀ ਹੋ ਸਾਧੂਆਂ ਦੀ ਰਸਨਾ ਤੋਂ ਸਭੇ ਵਸਤੂ ਮਿੱਟੀਆਂ ਆਪਣਾ ਵਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ ਸਾਧੂਆਂ ਦੀ ਰਸਨਾ ਤੋਂ ਇੰਨੀ ਮਿੱਠੀ ਲੱਗਦੀ ਹੈ ਬਾਣੀ ਮਿੱਠਾ ਲੱਗਦਾ ਨਾਮ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਮਿਹਰ ਹੋਈ ਹੈ ਨਗਰ ਸਾਹਿਬ ਦਾ ਪਿੰਡ ਸਾਰੀਆਂ ਹੀ ਸੰਗਤਾਂ ਦਾ ਮਹਾਨ ਉਦਮ ਉਪਰਾਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਇਤਿਹਾਸ ਦੀ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਭੁੱਲਾਂ ਹੋ ਜਾਂਦੀਆਂ ਚੰਮ ਦੀ ਜੀਭਾ ਹੈ ਪਤਾ ਨਹੀਂ ਲੱਗਦਾ ਪਰ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਆਪ ਜੀਆਂ ਨੇ ਬਖਸ਼ ਲੈਣਾ ਜੀ ਅਰਦਾਸ ਕਰਨੀ ਗੁਰੂ ਸਾਹਿਬ ਅੱਗੇ ਤੋਂ ਮਤ ਸਮਤ ਬਖਸ਼ਿਸ਼ ਕਰਨ ਹੋਰ ਸੁਚੱਜੇ ਢੰਗ ਦੇ ਨਾਲ ਅਸੀਂ ਆਪ ਜੀ ਦੇ ਚਰਨਾਂ 'ਚ ਸੇਵਾ ਕਰ ਸਕੀਏ ਗੁਰੂ ਸਾਹਿਬ ਸੋਝੀ ਬਖਸ਼ਿਸ਼ ਕਰਨ ਅਸੀਸਾਂ ਬਖਸ਼ਿਸ਼ਾਂ ਦੇ ਕੇ ਤੋਰਿਓ ਜੀ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਜੋਗਿੰਦਰ ਸਿੰਘ ਜੀ ਹੋਣਾ ਦਾ ਜਿਨ੍ਹਾਂ ਦੀ ਬਦੌਲਤ ਰੱਬ ਰੰਗੀਆਂ ਸੰਗਤਾਂ ਦੇ ਦਰਸ਼ਨ ਹੋਏ ਆਪ ਜੀਆਂ ਨੇ ਵੀ ਬੜੇ ਪਿਆਰ ਦੇ ਨਾਲ ਬੈਠ ਕੇ ਸਰਵਣ ਕੀਤਾ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਬਾ ਬੁੱਢਾ ਸਾਹਿਬ ਜੀ ਸਭ ਦੇ ਹੀ ਕਾਰਜ ਰਾਸ ਕਰਨੇ ਸਭ ਨੂੰ ਦਰੋਂ ਘਰੋਂ ਖੁਸ਼ੀਆਂ ਸਭ ਦੀਆਂ ਝੋਲੀਆਂ ਭਰਨੀਆਂ ਜੀ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਬਾਣੀ ਭਾਈ ਭਲੇ ਮਹਾਂਪੁਰਖਾਂ ਦੀ ਸੰਗਤ ਕਰੋ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।